ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਆਪਾਂ ਸਾਰੇ ਜਿਵੇਂ ਸਾਰੇ ਜਾਣੂ ਆ ਇਸ ਗੱਲ ਤੋਂ, ਤੇ ਮੈਂ ਮਾਫੀ ਚਾਹੁੰਦਾ ਮੇਰੇ ਕਰਕੇ ਟਾਈਮ ਤੁਹਾਨੂੰ ਥੋੜਾ ਸਾਰਿਆਂ ਨੂੰ ਪਹਿਲਾਂ ਆਉਣਾ ਪਿਆ, ਉਹਦੇ ਲਈ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ। ਤੇ ਆਪਾਂ ਮੂਲ ਮੰਤਰ ਦਾ ਪਾਠ ਸਾਰੇ ਕਰਦੇ ਹਾਂ ਰਲ ਕੇ, ਤੇ ਉਪਰੰਤ ਆਪਾਂ ਫਿਰ ਆਰੰਭ ਕਰਦੇ ਹਾਂ। ਸਾਰੇ ਕਿਰਪਾ ਕਰਕੇ ਸਾਥ ਦਿਓ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਓ ਜੀ, ਇੱਕ ਵਾਰ ਫਿਰ ਆਪਾਂ ਪਿੱਛੇ ਜਾਵਾਂਗੇ ਥੋੜਾ, ਕਿਉਂਕਿ ਆਪਾਂ ਪਹਿਲੇ ਦਿਨ ਗੱਲ ਕੀਤੀ ਸੀ ਵੀ ਜੇ ਆਪਾਂ ਜਪਜੀ ਸਾਹਿਬ ਨੂੰ ਸਮਝਣਾ ਆ ਤਾਂ ਆਪਾਂ ਨੂੰ ਪਿਛਲੀ ਲੜੀ ਨਾਲ ਜੁੜ ਕੇ ਰਹਿਣਾ ਪਊਗਾ, ਫਿਰ ਆਪਾਂ ਨੂੰ ਜਪਜੀ ਸਾਹਿਬ ਸੌਖਾ ਸਮਝ ਵਿੱਚ ਆਊਗਾ। ਜੇ ਆਪਾਂ ਉਸ ਲੜੀ ਤੋਂ ਟੁੱਟ ਗਏ, ਆਸੇ ਪਾਸੇ ਚਲੇ ਗਏ, ਤੇ ਮੈਨੂੰ ਲੱਗਦਾ ਆਪਣਾ ਫਿਰ ਉਨਾ ਹੀ ਜ਼ੋਰ ਲੱਗੂਗਾ, ਜਾਂ ਆਪਾਂ ਉਸੇ ਤਰ੍ਹਾਂ ਨਾਲ ਆਪਾਂ ਨੂੰ ਸਾਰੀ ਗੱਲ ਨੂੰ ਫਿਰ ਦੁਬਾਰਾ ਸਮਝਣਾ ਪਊਗਾ। ਤੇ ਪਿਛਲੀ ਜਿਹੜੀ ਆਪਣੀ ਕਲਾਸ ਸੀਗੀ ਉਹਦੇ 'ਚ ਆਪਾਂ ਇੱਥੇ ਜਾ ਕੇ ਪਹਿਲੀ ਪੌੜੀ ਦੀ ਜਦੋਂ ਆਪਾਂ ਸਮਾਪਤੀ ਕੀਤੀ ਆ ਤਾਂ ਉਹ ਸੀਗੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤੇ ਫਿਰ ਇਹਦੇ 'ਤੇ ਆਪਾਂ ਗੱਲਬਾਤ ਵੀ ਕੀਤੀ ਸੀ, ਹੁਕਮ ਰਜ਼ਾ ਤੇ ਕਿਵੇਂ ਹੁਕਮ ਵਿੱਚ ਚੱਲਿਆ ਜਾਂਦਾ ਆ, ਹੁਕਮ ਕੀ ਆ। ਤੇ ਇਹਦੇ ਤੋਂ ਅੱਗੇ ਗੁਰੂ ਸਾਹਿਬ ਜੀ ਫਿਰ ਅਗਲੀ ਗੱਲ ਜਿਹੜੀ ਆ ਵੀ ਇੱਕ ਚੀਜ਼ ਧਿਆਨ 'ਚ ਰੱਖੋ ਸਾਰੇ ਹੀ, ਇੱਕ ਤੇ ਵੀ ਹੁਕਮ, ਇੱਕ ਹੈ ਵੀ ਲੋਕ ਹੁਕਮ ਨੂੰ ਆਪਣੇ ਆਪਣੇ ਢੰਗ ਨਾਲ ਕਿੱਦਾਂ ਸਮਝਦੇ ਆ, ਉਹ ਬੜੀ ਜ਼ਰੂਰੀ ਗੱਲ ਹੈ। ਲਗਭਗ ਭਾਵੇਂ ਉਹ ਕਿਸੇ ਵੀ ਧਰਮ ਮਜ਼ਹਬ ਨਾਲ ਸੰਬੰਧ ਰੱਖਦਾ ਆ ਤਾਂ ਕੋਸ਼ਿਸ਼ ਉਹ ਬੰਦਾ ਇਹੀ ਕਰਦਾ ਵੀ ਮੈਂ ਅੱਲਾਹ ਤਾਲਾ ਦੇ, ਮੈਂ ਪਰਮਾਤਮਾ ਦੇ, ਮੈਂ ਗੋਡ ਦੇ, ਮੈਂ ਰੱਬ ਦੀ ਰਜ਼ਾ ਵਿੱਚ ਚੱਲਦਾ ਵਾਂ, ਹੁਕਮ ਵਿੱਚ ਚੱਲਦਾ। ਪਰ ਉਹਦੀ ਵਿਆਖਿਆ ਹੁਕਮ ਦੀ ਆਪਣੀ ਆਪਣੀ ਹੁੰਦੀ ਹੈ, ਔਰ ਜਦੋਂ ਆਪਣੀ ਆਪਣੀ ਵਿਆਖਿਆ ਹੁੰਦੀ ਹੈ ਤੇ ਉਸ ਵੇਲੇ ਫਿਰ ਜਿਹੜੀ ਆ ਉਹ ਮੁਸ਼ਕਿਲ ਸਾਡੇ ਸਾਹਮਣੇ ਆਉਂਦੀ ਆ। ਹੁਣ ਇਹਦੇ ਤੋਂ ਅੱਗੇ ਵੇਖੋ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਦੂਜੀ ਪੌੜੀ ਗੁਰੂ ਸਾਹਿਬ ਜੀ ਸ਼ੁਰੂ ਕਰਦੇ ਆ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਠੀਕ ਹੈ ਜੀ, ਹੁਕਮ ਜਿੰਨਾ ਕੁਝ ਦਿਸ ਰਿਹਾ ਵਾ, ਜਿੰਨਾ ਕੁਝ ਸਾਨੂੰ ਨਜ਼ਰੀ ਪੈ ਰਿਹਾ ਆ, ਇਹ ਸਾਰਾ ਕੁਝ ਉਹਦਾ ਹੁਕਮ ਹੈ। ਪਰ ਇਹ ਫੈਸਲਾ ਨਹੀਂ ਕਰ ਸਕਦਾ ਵੀ ਇਹੀ ਹੁਕਮ ਹੈ, ਬਸ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਸਿਖਰ ਤੱਕ ਅਸੀਂ ਪਹੁੰਚ ਨਹੀਂ ਕਰ ਸਕਦੇ। ਤੇ ਇਸ ਬੰਨੇ ਨੂੰ ਸਾਨੂੰ ਸਫ਼ਰ ਵੀ ਨਹੀਂ ਕਰਨਾ ਚਾਹੀਦਾ ਵੀ ਸਾਨੂੰ ਇਹ ਪਤਾ ਲੱਗੇ ਵੀ ਉਹਦਾ ਹੁਕਮ ਹੈ ਕੀ ਹੈ, ਅਸਲ 'ਚ ਅੰਤ ਕੀ ਹੈ ਉਹਦਾ। ਕਿਉਂਕਿ ਅੱਗੇ ਜਾ ਕੇ ਜਦੋਂ ਅਸੀਂ ਜਪਜੀ ਸਾਹਿਬ ਨੂੰ ਪੜ੍ਹਨਾ ਆ ਤਾਂ ਇਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਜੀ ਨੇ ਹੋਰ ਵੀ ਖੋਲ ਕੇ ਸਾਡੇ ਸਾਹਮਣੇ ਰੱਖਿਆ ਵੀ ਉਹਨਾਂ ਨੂੰ ਤੁਸੀਂ ਉਹਦੇ ਅਖੀਰ ਤੱਕ ਜਾਂ ਉਹਦੇ ਸਿਖਰ ਤੱਕ ਆਪਾਂ ਨਹੀਂ ਪਹੁੰਚ ਸਕਦੇ। ਤੇ ਜਿੰਨਾ ਕੁਝ ਨਜ਼ਰ ਆ ਰਿਹਾ ਵਾ, ਜਿੰਨਾ ਕੁਝ ਅਸੀਂ ਵੇਖ ਰਹੇ ਹਾਂ, ਪੂਰਾ ਬ੍ਰਹਿਮੰਡ ਉਹਦਾ ਹੁਕਮ ਹੈ, ਪਰ ਹੁਕਮ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਉਹਦੀ ਵਿਆਖਿਆ ਜਾਂ ਉਹਨੂੰ ਕੋਈ ਸ਼ਬਦ ਨਹੀਂ ਦਿੱਤੇ ਜਾ ਸਕਦੇ ਵੀ ਇਹੀ ਹੁਕਮ ਹੈ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਣ ਆ ਗਈ ਗੱਲ ਜੀਆਂ ਦੀ। ਪਹਿਲੀ ਗੱਲ ਸੀ ਪੂਰੇ ਬ੍ਰਹਿਮੰਡ ਦੀ, ਪੂਰਾ ਬ੍ਰਹਿਮੰਡ ਉਹਦਾ ਹੁਕਮ ਹੈ। ਅਗਲੀ ਗੱਲ ਹੁਣ ਕਹਿੰਦੇ ਵੀ ਹੁਕਮੀ ਹੋਵਨ ਜੀ, ਜਿੰਨੇ ਜੀ ਆ ਇਹ ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਨੇ। ਫਿਰ ਗੁਰੂ ਸਾਹਿਬ ਜੀ ਕਹਿੰਦੇ ਹੁਕਮ ਮਿਲੇ ਵਡਿਆਈ, ਤੇ ਹੁਕਮ ਵਿੱਚ ਹੀ ਵਡਿਆਈ ਮਿਲਦੀ ਹੈ। ਹੁਣ ਜਿਹੜਾ ਬੰਦਾ ਉਹਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਆ ਤਾਂ ਉਹਦੇ 'ਚ ਆਪਾਂ ਇਹ ਯਤਨ ਕਰੀਏ ਵੀ ਮੈਂ ਜਿਹੜਾ ਆ। ਵੀਰ ਜੀ ਮੈਂ ਸੌਰੀ, ਮੈਂ ਥੋੜਾ ਜਿਹਾ ਵਿੱਚ ਇੰਟਰਪਟ ਕਰ ਰਿਹਾ, ਇੱਕ ਛੋਟੀ ਜਿਹੀ ਟੈਕਨੀਕਲ ਇਸ਼ੂ ਹੈ। ਤੁਸੀਂ ਇੱਕ ਆਪਣਾ ਫੇਸ ਵੱਲ ਨੂੰ ਕੈਮਰਾ ਥੋੜਾ ਉੱਪਰ ਰੱਖ ਲਓ ਜੇ ਰੱਖ ਸਕਦੇ ਹੋ ਜੀ। ਤੇ ਉਹਦੇ ਕਰਕੇ ਨਾ ਆਈ ਕੰਟੈਕਟ ਦੇ ਵਿੱਚ ਇੱਕ ਦਿੱਕਤ ਆ ਰਹੀ ਹੈ, ਫੇਸ ਨੂੰ ਬਿਲਕੁਲ ਸਾਹਮਣੇ ਰੱਖ ਲਓ ਜੀ। ਤੇ ਹਾਂਜੀ, ਤੇ ਇੱਕ ਤੁਹਾਡੀ ਆਵਾਜ਼ ਦੇ ਵਿੱਚੋਂ ਹਲਕੀ ਜਿਹੀ ਕੱਟਦੀ ਹੈ, ਇਹਨੂੰ ਮਾਈਕ ਨੂੰ ਤੁਹਾਨੂੰ ਨੇੜੇ ਹੀ ਰੱਖਣਾ ਪੈਣਾ। ਅਸੀਂ ਸਮਝਦੇ ਹਾਂ ਤੁਸੀਂ ਡਰਾਈਵ ਕਰ ਰਹੇ ਹੋ, ਥੋੜਾ ਇਹਨੂੰ ਮਾਈਕ ਨੂੰ ਨੇੜੇ ਰੱਖ ਕੇ ਹੀ ਆਪਾਂ ਜੀ ਓਕੇ ਠੀਕ ਹੈ ਠੀਕ ਹੈ। ਹਾਂਜੀ, ਆਪਾਂ
ਗੱਲ ਕਰ ਰਹੇ ਸੀ ਵੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਪੂਰਾ ਬ੍ਰਹਿਮੰਡ ਉਹਦਾ ਹੁਕਮ ਹੈ, ਪਰ ਫਿਰ ਵੀ ਜੇ ਕੋਈ ਵਿਅਕਤੀ ਵਿਸ਼ੇਸ਼ ਇਹ ਯਤਨ ਕਰੇ ਵੀ ਮੈਂ ਉਹਦੇ ਹੁਕਮ ਨੂੰ ਸ਼ਬਦਾਂ ਵਿੱਚ ਬਿਆਨ ਕਰਦਾ, ਤੇ ਏਦਾਂ ਨਹੀਂ ਹੋਣਾ। ਅੱਗੇ ਗੁਰੂ ਸਾਹਿਬ ਜੀ ਰਹਿਮਤ ਕਰਦੇ ਕਹਿੰਦੇ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਜਿੰਨਾ ਹੁਣ ਗੱਲ ਆ ਗਈ ਆਪਣੀ, ਜੀ ਜਿਹੜੇ ਆ ਉਹਦੇ ਰੱਬ ਦੇ ਹੁਕਮ ਵਿੱਚ ਆ, ਤੇ ਜਿਹੜਾ ਉਹਦੇ ਹੁਕਮ ਨੂੰ ਸਮਝਦਾ ਆ ਉਹ ਉਹਦੀ ਵਡਿਆਈ ਦਾ ਪਾਤਰ ਬਣਦਾ ਵਾ। ਦੋ ਚੀਜ਼ਾਂ ਵੇਖੋ ਨਾਲ ਨਾਲ ਚੱਲਣਗੀਆਂ, ਆਪਣਾ ਧਿਆਨ 'ਚ ਰਹੂਗੀ ਗੱਲ ਤੇ ਸੌਖਾ ਰਹੂਗਾ। ਆਪਾਂ ਇਹ ਕਹਿ ਰਹੇ ਹਾਂ ਵੀ ਹੁਕਮ ਨੂੰ ਸਮਝਣਾ, ਇੱਕ ਹੁੰਦਾ ਵਾ ਹੁਕਮ ਨੂੰ ਬਿਲਕੁਲ ਡਿਫਾਈਨ ਕਰਨਾ ਵੀ ਇਹੀ ਹੁਕਮ ਹੈ। ਦੋ ਚੀਜ਼ਾਂ ਨੇ, ਹੁਕਮ ਸਮਝਿਆ ਜਾ ਸਕਦਾ, ਉਹਦੀਆਂ ਕੁਝ ਪਰਤਾਂ ਖੋਲੀਆਂ ਜਾ ਸਕਦੀਆਂ, ਜਾਣਿਆ ਜਾ ਸਕਦਾ, ਔਰ ਉਹਨੂੰ ਕੰਪਲੀਟ ਬਿਆਨ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ। ਹੁਣ ਅੱਗੇ ਚੱਲਦੇ ਹਾਂ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਮੈਨੂੰ ਲੱਗਦਾ ਹੁਣ ਪਿਛਲੀਆਂ ਪੰਕਤੀਆਂ ਸਾਡੇ ਧਿਆਨ ਵਿੱਚ ਆਉਣਗੀਆਂ। ਹੁਕਮੀ ਉੱਤਮ ਨੀਚ, ਹੁਕਮ ਵਿੱਚ ਹੀ ਉੱਤਮ ਤੇ ਨੀਚ ਹੋਈਦਾ ਹੈ। ਫਿਰ ਸਮਝਿਓ, ਹੁਕਮ ਵਿੱਚ ਹੀ ਉੱਤਮ ਤੇ ਨੀਚ ਹੋਈਦਾ ਆ। ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਸੁੱਖ ਤੇ ਦੁੱਖ ਉਹਦੇ ਹੁਕਮ ਵਿੱਚ ਆ। ਹਾਂ, ਇਹ ਜ਼ਰੂਰ ਹੈ ਵੀ ਜੀਵ ਵਡਿਆਈ ਲੈਣ ਵਾਲੇ ਬੰਨੇ ਸਫ਼ਰ ਕਰ ਰਿਹਾ ਵਾ ਜਾਂ ਦੁੱਖ ਵਾਲੇ ਬੰਨੇ ਨੂੰ ਸਫ਼ਰ ਕਰ ਰਿਹਾ ਵਾ। ਫੈਸਲਾ ਸਾਡੇ ਹੱਥ ਵਿੱਚ ਰਹਿਣਾ, ਇਹ ਧਿਆਨ 'ਚ ਰਵੇ ਗੱਲ। ਕਿਉਂਕਿ ਇਹ ਮੈਂ ਆਪਾਂ ਪਿਛਲੀ ਵਾਰ ਵੀ ਕਿਹਾ ਸੀ ਵੀ ਇਹ ਗੱਲ ਬੜੇ ਧਿਆਨ ਨਾਲ ਸਮਝਣ ਵਾਲੀ ਆ। ਜੇ ਅਸੀਂ ਹੁਕਮ ਦੀ ਪ੍ਰਕਿਰਿਆ ਨੂੰ ਸਮਝ ਗਏ, ਹੁਕਮ ਵਾਲੀ ਗੱਲ ਸਾਡੇ ਪੱਲੇ ਪੈ ਗਈ, ਤੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਸਾਨੂੰ ਬੜੇ ਸੌਖੇ ਸਮਝ ਆ ਜਾਣੀ ਹੈ। ਤੇ ਜੇ ਇੱਥੇ ਸਾਡੇ ਜੇਨ ਵਿੱਚ ਨਾ ਪਈ ਜਾਂ ਸਾਡੇ ਪੱਲੇ ਨਾ ਪਈ ਗੱਲ, ਤੇ ਮੈਨੂੰ ਲੱਗਦਾ ਅਸੀਂ ਫਿਰ ਬਹੁਤ ਜ਼ੋਰ ਲਾ ਕੇ, ਬਹੁਤ ਯਤਨ ਕਰਕੇ, ਬਹੁਤ ਸਵਾਲ ਜਵਾਬਾਂ ਦੇ ਵਿੱਚੋਂ ਜਾ ਕੇ ਫਿਰ ਸਾਨੂੰ ਸਾਰੀ ਗੱਲ ਸਮਝ ਲੱਗੂਗੀ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਹੁਣ ਐ ਲੱਗ ਰਿਹਾ ਕਿ ਜਿਵੇਂ ਜਿਹੜਾ ਹੁਕਮ ਆ ਇਹਦੇ ਵਿੱਚ ਹੀ ਬੰਦੇ ਨੂੰ ਦੁੱਖ ਮਿਲਦਾ ਵਾ ਤੇ ਇਹਦੇ ਵਿੱਚ ਹੀ ਸੁੱਖ ਮਿਲਦਾ ਵਾ, ਯਾਨੀ ਕਿ ਬੰਦੇ ਦਾ ਦੁੱਖ ਸੁੱਖ ਵਿੱਚ ਕੋਈ ਯੋਗਦਾਨ ਨਹੀਂ ਹੈ। ਇੱਕ ਵਿਆਖਿਆ ਇਸ ਤਰ੍ਹਾਂ ਦੀ ਸਾਡੇ ਕੰਨਾਂ ਵਿੱਚ ਪੈ ਰਹੀ ਆ, ਸਾਡੇ ਆਲੇ ਦੁਆਲੇ ਵਿੱਚ ਸਾਨੂੰ ਸੁਣਨ ਨੂੰ ਮਿਲ ਰਹੀ ਹੈ। ਹੁਣ ਜਦੋਂ ਅਸੀਂ ਇੱਥੇ ਪੰਕਤੀਆਂ ਪੜ੍ਹ ਰਹੇ ਹਾਂ ਤੇ ਸਾਨੂੰ ਲੱਗ ਵੀ ਐ ਹੀ ਰਿਹਾ ਵਾ, ਬਿਲਕੁਲ ਪ੍ਰਤੀਕ ਵੀ ਏਦਾਂ ਹੀ ਹੋ ਰਹੀ ਹੈ ਵੀ ਵੇਖੋ ਦੁੱਖ ਤੇ ਸੁੱਖ ਉਹਦੇ ਹੁਕਮ ਵਿੱਚ ਨੇ। ਰੱਬ ਦੀ ਮਰਜ਼ੀ ਉਹਨੇ ਦੁੱਖ ਦੇਣੇ ਆ ਜਾਂ ਸੁੱਖ ਦੇਣੇ, ਪਰ ਏਦਾਂ ਨਹੀਂ ਹੈ। ਉਹਦਾ ਹੁਕਮ ਸਮਝਣਾ ਆ, ਜਿਹੜਾ ਉਹਦੇ ਹੁਕਮ ਵਿੱਚ ਆਊਗਾ ਉਹ ਸੁੱਖ ਪ੍ਰਾਪਤ ਕਰੂਗਾ, ਜਿਹੜਾ ਹੁਕਮ ਨਹੀਂ ਸਮਝੂਗਾ ਉਹ ਦੁੱਖ ਪ੍ਰਾਪਤ ਕਰੂਗਾ। ਇਹਨੂੰ ਏਦਾਂ ਸਮਝੋ, ਜਿਹੜੇ ਵੀਰ ਭੈਣਾਂ ਬਾਣੀ ਦਾ ਪਾਠ ਕਰਦੇ ਆ ਜਾਂ ਜਿਨ੍ਹਾਂ ਨੇ ਬਾਣੀ ਪਹਿਲਾਂ ਵੀ ਪੜ੍ਹੀ, ਉਹ ਤੁਹਾਡੇ ਧਿਆਨ ਵਿੱਚ ਹੋਣਾ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਦੋਂ ਤੁਸੀਂ ਬਾਣੀ ਨੂੰ ਸਮਝਣਾ ਹੋਵੇ ਤਾਂ ਉਹਦੇ ਇੱਕ ਤਾਂ ਮੇਨ ਉਚਾਰਨ ਦਾ ਧਿਆਨ ਰੱਖਣਾ ਹੁੰਦਾ, ਤੇ ਦੂਜਾ ਬਾਣੀ ਦੀ ਬਣਤਰ ਨੂੰ ਅਸੀਂ ਧਿਆਨ ਨਾਲ ਵੇਖਦੇ। ਤੇ ਬਾਣੀ ਦੀ ਬਣਤਰ ਵਿੱਚ ਕੀ ਹੁੰਦਾ ਵੀ ਆਮ ਕਰਕੇ ਸ਼ਬਦਾਂ ਵਿੱਚ ਰਹਾਉ ਵਾਲਾ ਬੰਦ ਹੁੰਦਾ ਹੈ, ਪਰ ਜਦੋਂ ਪੌੜੀਆਂ ਪੜ੍ਹ ਰਹੇ ਹਾਂ ਅਸੀਂ ਤੇ ਇੱਥੇ ਰਹਾਉ ਵਾਲਾ ਬੰਦ ਨਹੀਂ ਹੈ। ਤੇ ਇੱਥੇ ਬਹੁਤੀ ਵਾਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਜਿਹੜੀਆਂ ਉਹਦਾ ਬੇਸ ਹੁੰਦੀਆਂ ਹੈ। ਹੁਣ ਇੱਕ ਵਾਰ ਇਸ ਪੌੜੀ ਨੂੰ ਥੋੜਾ ਜਿਹਾ ਅਖੀਰ ਤੋਂ ਵੇਖਿਓ, ਫਿਰ ਸੌਖੀ ਗੱਲ ਸਮਝ ਆਊਗੀ। ਫਿਰ ਆਪਾਂ ਉੱਤੇ ਆਉਂਦੇ। ਨਾਨਕ ਹੁਕਮ ਹੈ ਜੇ ਬੁੱਝੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੁਛ ਨਹੀਂ ਹੈ, ਪਰ ਸਵਾਲ ਇਹ ਹੈ ਵੀ ਨਾਨਕ ਹੁਕਮ ਹੈ ਜੇ ਬੁੱਝੇ, ਹੁਕਮ ਨੂੰ ਬੁੱਝੇਗਾ ਫਿਰ ਗੱਲ ਪੱਲੇ ਪੈਣੀ। ਅਸੀਂ ਕੀ ਕਰਦੇ ਆ, ਅਸੀਂ ਕਹਿੰਦੇ ਆ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੈ, ਪਰ ਹੁਕਮ ਨਹੀਂ ਬੁੱਝ ਰਹੇ, ਹੁਕਮ ਦੀ ਅਸੀਂ ਜਾਣਕਾਰੀ ਨਹੀਂ ਹਾਸਲ ਕਰ ਪਾ ਰਹੇ, ਜਾਂ ਹੁਕਮ ਬਾਰੇ ਸਾਨੂੰ ਪਤਾ ਨਹੀਂ ਲੱਗ ਰਿਹਾ। ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਹੁਕਮ ਬੁੱਝੇਗਾ, ਜੇ ਨਹੀਂ ਬੁੱਝੇਗਾ, ਬੁੱਝੇਗਾ ਵਡਿਆਈ ਦਾ ਪਾਤਰ ਬਣੇਗਾ, ਸੁੱਖਾਂ ਦਾ ਖਜ਼ਾਨਾ ਤੇਰੇ ਕੋਲ ਆਏਗਾ। ਜੇ ਨਹੀਂ ਬੁੱਝੇਗਾ ਫਿਰ ਦੁੱਖ ਪਾਈ ਹੈ। ਮੈਨੂੰ ਲੱਗਦਾ ਸ਼ਾਇਦ ਸਾਡੇ ਗੱਲ ਹੁਣ ਸਮਝ ਵਿੱਚ ਆਈ ਹੋਊਗੀ ਵੀ ਹੁਕਮ ਨੂੰ ਬੁੱਝਣ ਵਾਲੇ ਸੁੱਖ ਪਾ ਲੈਂਦੇ ਆ, ਜਿਹੜੇ ਹੁਕਮ ਨੂੰ ਨਹੀਂ ਬੁੱਝਦੇ ਉਹ ਦੁੱਖ ਪਾਉਂਦੇ ਆ। ਤੇ ਆਪਾਂ ਹੁਣ ਜਦੋਂ ਜੀਵ ਰੂਪ ਵਿੱਚ ਗੱਲ ਆਪਣੀ ਕਰ ਰਹੇ ਹਾਂ ਤੇ ਸਾਨੂੰ ਇਹ ਵੇਖਣਾ ਪੈਣਾ ਵੀ ਸਾਡੇ ਵਾਸਤੇ ਹੁਕਮ ਕੀ ਹੈ।
ਆਪਾਂ ਸਾਰੇ ਜਪਜੀ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਕਿਉਂਕਿ ਸਾਨੂੰ ਆਪਣੇ ਫਰਜ਼ਾਂ ਦਾ ਅਹਿਸਾਸ ਹੋਵੇ, ਅਸੀਂ ਆਪਣੇ ਆਪਣੇ ਥਾਂ ਤੇ ਆਪਣੇ ਫਰਜ਼ ਵਧੀਆ ਨਿਭਾ ਸਕੀਏ, ਤਾਂ ਕਿ ਜਦੋਂ ਖੂਬਸੂਰਤ ਫਰਜ਼ ਨਿਭਾਏ ਤਾਂ ਨੂੰ ਇਨਸਾਨ ਨਾਲ ਨਫ਼ਰਤ ਹੋ ਗਈ ਹੈ। ਉਹ ਤਾਂ ਹੋ ਗਈ ਹੈ ਕਿਉਂਕਿ ਇਨਸਾਨ ਹੁਕਮ ਨੂੰ ਵਿੱਚ ਨਹੀਂ ਆ ਪਾ ਰਿਹਾ। ਜੇ ਬੈਠਣਗੇ, ਖਲੋਣਗੇ, ਗੱਲਬਾਤ ਕਰਨਗੇ, ਜਿਨ੍ਹਾਂ ਵਿੱਚ ਅਸੀਂ ਵਿਚਰਾਂਗੇ, ਜਿੱਥੇ ਜਿੱਥੇ ਵੀ ਅਸੀਂ ਬੈਠਾਂਗੇ, ਉਹ ਸਾਰੇ ਹੀ ਕੋਸ਼ਿਸ਼ ਕਰਨਗੇ ਵੀ ਅਸੀਂ ਵੀ ਉਸ ਹੁਕਮ ਨੂੰ ਸਮਝੀਏ ਤੇ ਉਹਦੇ ਅਕੋਰਡਿੰਗ ਜ਼ਿੰਦਗੀ ਨੂੰ ਜੀਣ ਦਾ ਯਤਨ ਕਰੀਏ। ਤਾਂ ਇਸ ਲਈ ਇਹ ਜਿਹੜੀ ਗੱਲ ਆ ਉਹ ਸਾਡੇ ਧਿਆਨ ਵਿੱਚ ਰਹਿਣੀ ਚਾਹੀਦੀ ਆ। ਤੇ ਇੱਕ ਤਾਂ ਆਪਾਂ ਸਫ਼ਰ ਵਿੱਚ ਆ, ਇਹ ਵੀ ਧਿਆਨ 'ਚ ਰੱਖਿਓ ਵੀ ਮੇਰੀ ਮਜਬੂਰੀ ਆ ਵੀ ਅਸੀਂ ਸਫ਼ਰ ਵਿੱਚ ਆ, ਤਾਂ ਆਵਾਜ਼ ਵੀ ਹੋ ਸਕਦਾ ਥੋੜ੍ਹੀ ਕਿਤੇ ਘੱਟ ਆਉਂਦੀ ਹੋਵੇ ਜਾਂ ਕਿਤੇ ਆਵਾਜ਼ ਵੱਧ ਘੱਟ ਜਾਂਦੀ ਹੋਵੇ। ਤੇ ਇੱਕ ਪ੍ਰੋਪਰ ਕਲਾਸ ਵਿੱਚ ਬੈਠਣਾ ਤੇ ਇੱਕ ਸਫ਼ਰ ਵਿੱਚ ਹੋਣਾ, ਇਹਦੇ ਨਾਲ ਥੋੜ੍ਹਾ ਜਿਹਾ ਫਰਕ ਰਹਿੰਦਾ। ਕੋਸ਼ਿਸ਼ ਕਰਾਂਗੇ ਆਪਾਂ ਵੀ ਆਪਾਂ ਨੂੰ ਅੱਗੇ ਤੋਂ ਸਫ਼ਰ 'ਚ ਨਾ ਆਪਾਂ ਕਲਾਸ ਲਾਈਏ, ਆਪਾਂ ਬੈਠ ਕੇ ਲਾਈਏ, ਪਰ ਉਹ ਕਈ ਵਾਰ ਰੁਝੇਵਿਆਂ ਦੇ ਕਾਰਨ ਇਸ ਤਰ੍ਹਾਂ ਦਾ ਬਣ ਜਾਂਦਾ। ਹਾਂਜੀ, ਗੱਲ ਆਪਾਂ ਕਰ ਰਹੇ ਸੀ ਵੀ ਹੁਕਮ ਨੂੰ ਬੁੱਝਣਾ ਆ। ਹੁਣ ਵਾਪਸ ਆਉਂਦੇ ਆ ਆਪਾਂ ਉੱਥੇ ਹੁਕਮ ਹੀ ਵਡਿਆਈ। ਜੀਵ ਹੁਕਮ ਵਿੱਚ ਪੈਦਾ ਹੋਇਆ ਵਾ। ਜੇ ਹੁਕਮ ਨੂੰ ਸਮਝਦਾ ਰਹੂਗਾ, ਉਹਦੇ ਹੁਕਮ ਨੂੰ ਨਹੀਂ ਤੋੜੂਗਾ, ਉਹਦੇ ਨਿਯਮਾਂ ਨੂੰ ਨਹੀਂ ਤੋੜੂਗਾ, ਤੇ ਇਹ ਵਡਿਆਈ ਦਾ ਪਾਤਰ ਬਣੂਗਾ। ਜਦੋਂ ਇਹ ਵਡਿਆਈ ਦਾ ਪਾਤਰ ਬਣੂਗਾ, ਫਿਰ ਸਮਾਜ ਵਿੱਚ ਪੂਰਨ ਮਨੁੱਖ ਬਣ ਕੇ, ਇੱਕ ਰੋਲ ਮਾਡਲ ਬਣ ਕੇ ਸਮਾਜ ਵਿੱਚ ਵਿਚਰੂਗਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਖੁਦ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਜਦੋਂ ਜਿਉਂਦੇ ਆ, ਆਪਣੀ ਕਰਦੇ ਆ, ਤੇ ਗੁਰੂ ਸਾਹਿਬ ਜੀ ਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆ, ਵੱਖ-ਵੱਖ ਵਿਚਾਰਾਂ ਦੇ ਲੋਕ ਮਿਲਦੇ ਆ, ਵੱਖ-ਵੱਖ ਵਿਚਾਰਧਾਰਾ ਦੇ ਲੋਕ ਬਾਬੇ ਨਾਲ ਗੱਲ ਕਰਦੇ ਆ। ਪਰ ਅਖੀਰ ਬਹੁਤਾ ਹਿੱਸਾ ਬਾਬੇ ਨਾਨਕ ਨਾਲ ਜਦੋਂ ਗੱਲ ਕਰਦਾ ਜਾਂ ਵਿਚਰਦਾ ਆ, ਤਾਂ ਬਹੁਤਾ ਹਿੱਸਾ ਇਹ ਗੱਲਾਂ ਕਹਿ ਕੇ ਬਾਬੇ ਨਾਨਕ ਤੋਂ ਵਾਪਸ ਜਾਂਦਾ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਉਹ ਕਿਹੜੀ ਕਮਾਈ ਹੈ? ਕਿਉਂਕਿ ਕਮਾਈ ਸ਼ਬਦ ਜਦੋਂ ਅਸੀਂ ਵੇਖਦੇ ਹਾਂ, ਤਾਂ ਜਿੱਦਾਂ ਅਸੀਂ ਦੁਨਿਆਵੀ ਤੌਰ ਤੇ ਵੇਖੀਏ ਤੇ ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਬਹੁਤ ਕਮਾਈ ਕੀਤੀ, ਆਪਣੇ ਪਰਿਵਾਰ ਨੂੰ ਬਹੁਤ ਸੁੱਖ ਦਿੱਤੇ, ਕਿਉਂਕਿ ਅਸੀਂ ਸੁੱਖ ਦਾ ਸੰਬੰਧ ਫੈਸਿਲਿਟੀਆਂ ਨਾਲ, ਸੁਵਿਧਾਵਾਂ ਨਾਲ ਜੋੜ ਲਿਆ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ ਵੀ ਅਸਲ ਵਿੱਚ ਕਮਾਈ ਕੀ ਹੈ? ਵੀ ਤੂੰ ਪੂਰਨ ਮਨੁੱਖ ਬਣ ਕੇ, ਲੋਕ ਤੈਨੂੰ ਰੋਲ ਮਾਡਲ ਬਣ ਕੇ ਤੇਰੇ ਵਰਗੀ ਜ਼ਿੰਦਗੀ ਜਿਉਣ ਦਾ ਯਤਨ ਕਰ, ਵੀ ਅਸੀਂ ਵੀ ਏਦਾਂ ਦੇ ਬਣੀਏ। ਇਹ ਕਮਾਈ ਮੈਨੂੰ ਲੱਗਦਾ ਬਹੁਤ ਘੱਟ ਲੋਕ ਕਰਦੇ ਆ। ਤੇ ਜਪਜੀ ਸਾਹਿਬ ਪੜ੍ਹਨ ਵਾਲੇ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਂਝ ਰੱਖਣ ਵਾਲੇ, ਜਾਂ ਅਸੀਂ ਜਿੰਨੇ ਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਅਸੀਂ ਇਹ ਕਮਾਈ ਕਰਨ ਦਾ ਯਤਨ ਕਰਨਾ ਹੈ। ਇਹ ਨਹੀਂ ਵੀ ਦੂਜੀਆਂ ਕਮਾਈਆਂ ਨਹੀਂ ਕਰਨੀਆਂ, ਉਹ ਕਰਨੀਆਂ ਨੇ, ਪਰ ਇਹ ਕਮਾਈ ਵੱਡੀ ਹੈ, ਜਿਹਦੇ ਨਾਲ ਜਿਹੜੇ ਬਾਬੇ ਨਾਨਕ ਨੂੰ ਭੂਤਨਾ ਬੇਤਾਲਾ ਕਹਿੰਦੇ ਆ, ਉਹ ਵੀ ਬਾਬੇ ਨਾਨਕ ਦੇ ਸਾਹਮਣੇ ਸ਼ਬਦ ਕਹਿਣ ਲਈ ਮਜਬੂਰ ਹੋ ਜਾਂਦੇ ਆ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਤਾਂ ਇਸ ਲਈ ਅਸੀਂ ਯਤਨ ਕਰੀਏ ਕਿ ਅਸੀਂ ਇਹ ਕਮਾਈ ਉਹ ਤਾਂ ਹੋਏਗਾ ਜੇ ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਅਸੀਂ ਇਸ ਗੱਲ ਤੇ ਕੇਂਦਰਿਤ ਹੋਵਾਂਗੇ ਵੀ ਸਾਰੇ ਜੀਵ ਉਹਦੇ ਹੁਕਮ ਵਿੱਚ ਪੈਦਾ ਹੋਏ ਆ, ਤੇ ਜਿਹੜਾ ਉਹਦੇ ਹੁਕਮ ਨੂੰ ਸਮਝੇਗਾ, ਜ਼ਿੰਦਗੀ ਹੁਕਮ ਅਕੋਰਡਿੰਗ ਚਲਾਏਗਾ, ਉਹ ਉਹਦੀ ਵਡਿਆਈ ਦਾ ਪਾਤਰ ਬਣੂਗਾ। ਤੇ ਉਹੀ ਉੱਤਮ ਬਣੂਗਾ। ਨੀਚ ਕੌਣ ਬਣੂਗਾ? ਜਿਹੜਾ ਹੁਕਮ ਨੂੰ ਨਹੀਂ ਸਮਝੂਗਾ। ਹੁਕਮ ਹੀ ਉੱਤਮ ਨੀਚ, ਹੁਕਮ ਵਿੱਚ ਹੀ ਉੱਤਮ ਤੇ ਨੀਚ ਨੇ। ਜਿਹੜਾ ਹੁਕਮ ਨੂੰ ਸਮਝਦਾ ਆ ਉਹ ਉੱਤਮ ਹੈ, ਜਿਹੜਾ ਨਹੀਂ ਹੁਕਮ ਨੂੰ ਸਮਝੂਗਾ, ਬੁੱਝੂਗਾ ਨਹੀਂ, ਉਹ ਨੀਚ ਬਣੂਗਾ। ਦੁੱਖ ਸੁੱਖ ਪਾਈਆਂ, ਇਹ ਪੱਕੀ ਕਰ ਲਓ ਗੱਲ, ਨੋਟ ਕਰ ਲਓ, ਲਿਖ ਲਓ, ਪੱਕੀ ਕਰ ਲਾ ਗੱਲ ਵੀ ਦੁੱਖ ਤੇ ਸੁੱਖ ਹੁਕਮ ਵਿੱਚ ਨੇ। ਇਸ ਲਈ ਜਿਹੜਾ ਬੰਦਾ ਹੁਕਮ ਨੂੰ ਸਮਝੇਗਾ ਉਹ ਸੁੱਖਾਂ ਦਾ ਖਜ਼ਾਨਾ ਇਕੱਠਾ ਕਰ ਲਏਗਾ, ਜਿਹੜਾ ਨਹੀਂ ਸਮਝੇਗਾ ਉਹਨੂੰ ਜ਼ਿੰਦਗੀ 'ਚ ਦੁੱਖ ਭੋਗਣੇ ਪੈਣ। ਅਸੀਂ ਕਰਦੇ ਹਾਂ, ਤਾਂ ਹੁਣ ਜੇ ਅਸੀਂ ਇਹ ਸਿਲੇਬਸ ਸਮਝਾਂਗੇ
ਤੇ ਰਿਜ਼ਲਟ ਵਾਲੇ ਦਿਨ ਸਾਡੇ ਚਿਹਰੇ ਤੇ ਸਮਾਈਲ ਹੋਏਗੀ, ਖੁਸ਼ ਹੋਵਾਂਗੇ, ਅਸੀਂ ਸੁੱਖ ਮਿਲੇਗਾ। ਤੇ ਜੇ ਅਸੀਂ ਸਿਲੇਬਸ ਨੂੰ ਤਾਂ ਫਿਰ ਇਹ ਚੇਤਾ ਰੱਖੋ ਵੀ ਪੇਪਰਾਂ ਵਾਲੇ ਦਿਨ ਪਛਤਾਵਾ ਵੀ ਹੋਏਗਾ, ਚਿਹਰੇ ਤੇ ਮੁਸਕਰਾਹਟ ਵੀ ਨਹੀਂ ਹੋਏਗੀ ਤੇ ਦੁਖੀ ਵੀ ਹੋਵਾਂਗੇ। ਪਰ ਹੁਣ ਦੁਖੀ ਹੋਣ ਦਾ ਫਾਇਦਾ ਨਹੀਂ ਹੋਣ ਵਾਲਾ, ਕੋਈ ਵੀ ਬੈਨੀਫਿਟ ਨਹੀਂ ਹੋਣਾ ਹੁਣ ਕੁਝ ਵੀ। ਬੈਨੀਫਿਟ ਇਸ ਗੱਲ ਵਿੱਚ ਹੀ ਹੋਣਾ ਸੀ ਵੀ ਅਸੀਂ ਉਸ ਸਮੇਂ ਸਿਰ ਸਾਰੀ ਗੱਲ ਨੂੰ ਸਮਝ ਲਈਦੇ ਤੇ ਉਹ ਸਮਝਣ ਤੋਂ ਬਾਅਦ ਅਸੀਂ ਪ੍ਰੋਪਰ ਉਹਨੂੰ ਜਿਉਂਦੇ ਤੇ ਉਸ ਤਰ੍ਹਾਂ ਦਾ ਸੁੱਖ ਅਸੀਂ ਹਾਸਲ ਕਰਦੇ। ਇੱਕ ਨਾ ਹੁਕਮੀ ਬਖਸ਼ੀਸ਼, ਹੁਣ ਜਿਹੜੀਆਂ ਉਲਝਣਾਂ ਪੈਦਾ ਹੁੰਦੀਆਂ ਵਾ, ਅਸੀਂ ਕਹਿੰਦੇ ਆ ਵੀ ਕਿਸੇ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਦਿੰਦੇ ਆ, ਕਿਸੇ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਨਹੀਂ ਕਰਦੇ। ਏਦਾਂ ਨਹੀਂ ਹੈ, ਇਹ ਬਿਲਕੁਲ ਗੱਲ ਠੀਕ ਨਹੀਂ ਹੈ। ਜੇ ਇਹ ਗੱਲ ਹੈ ਤਾਂ ਫਿਰ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਇਹ ਗੱਲ ਕਹਿਣ ਵਿੱਚ ਕਾਮਯਾਬ ਹੋ ਰਹੇ ਹਾਂ, ਜਿਹੜੀ ਲੰਮੇ ਸਮੇਂ ਤੋਂ ਧਰਮ ਦੀ ਦੁਨੀਆ ਵਿੱਚ ਕਹੀ ਜਾ ਰਹੀ ਸੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੂੰ ਬਿਲਕੁਲ ਪ੍ਰਵਾਨ ਨਹੀਂ ਹੈ ਵੀ ਬੰਦੇ ਦੇ ਵੱਸ ਕੁਝ ਨਹੀਂ ਹੈ, ਰੱਬ ਨੇ ਇਹਨੂੰ ਜਿਹੋ ਜਿਹਾ ਬਣਾਇਆ ਇਹਨੂੰ ਉਦਾਂ ਹੀ ਰਹਿਣਾ ਪੈਂਦਾ ਹੈ। ਜੇ ਕੋਈ ਗਲਤ ਹੈ ਉਹ ਕਹਿੰਦਾ ਮੈਂ ਥੋੜੀ ਆ, ਰੱਬ ਦਾ ਹੁਕਮ ਹੀ ਹੈ, ਮੈਨੂੰ ਬਣਾਇਆ ਹੀ ਏਦਾਂ ਦਾ ਹੈ ਰੱਬ ਨੇ। ਨਹੀਂ, ਰੱਬ ਨੇ ਏਦਾਂ ਦਾ ਨਹੀਂ ਬਣਾਇਆ, ਇਸ ਤਰ੍ਹਾਂ ਦਾ ਸਟਰਕਚਰ ਨਹੀਂ ਘੜਿਆ। ਕੁਦਰਤ ਨੇ ਮਨੁੱਖ ਦੇ ਅੰਦਰ ਇਹ ਚੀਜ਼ਾਂ ਨਹੀਂ ਪਾਈਆਂ। ਬਾਣੀ ਨੂੰ ਪੜ੍ਹਦੇ ਆ ਇੱਕ ਚੀਜ਼ ਧਿਆਨ 'ਚ ਰੱਖਿਓ, ਬੜੀ ਪਿਆਰੀ ਐਗਜ਼ਾਮਪਲ ਬਾਣੀ 'ਚ ਦਿੱਤੀ ਹੈ। ਮਹਾਰਾਜ ਕਹਿੰਦੇ ਪਹਿਲਾ ਭੂਤ ਪਸ਼ੇਰੀ ਮਾਈ, ਜੀਵ ਪੈਦਾ ਹੁੰਦਾ ਹੈ ਜਦੋਂ ਉਦੋਂ ਬੁਰਾਈਆਂ ਨਹੀਂ ਲੈ ਕੇ ਆਉਂਦਾ ਨਾਲ, ਬੁਰਾਈਆਂ ਸਮਾਜ ਵਿੱਚੋਂ ਸਿੱਖਦਾ ਹੈ। ਇਸੇ ਕਰਕੇ ਬੱਚੇ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਬੱਚਾ ਰੱਬ ਰੂਪ ਕਿਉਂ ਹੈ? ਕਿਉਂਕਿ ਜੋ ਕੁਝ ਸਮਾਜ ਨੇ ਸਿਖਾਉਣਾ ਬੱਚੇ ਨੇ ਇਹ ਸਿੱਖਿਆ ਨਹੀਂ ਹੈ। ਇਹ ਸਮਾਜ ਸਿਖਾਏਗਾ ਹੌਲੀ ਹੌਲੀ, ਸਮਾਜ ਵਿੱਚ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਪੈਦਾ ਕਰ ਦਿੱਤੀਆਂ ਜਾਣਗੀਆਂ। ਜਿਹੜੀ ਅਸਲ ਗੱਲ ਹੈ ਉਹਦੇ ਤੋਂ ਉਹਨੂੰ ਮੂਲ ਨਾਲ ਉਹਨੂੰ ਤੋੜ ਲਿਆ ਜਾਊਗਾ। ਇਸ ਕਰਕੇ ਰੱਬ ਰੂਪ ਬੱਚਾ ਤਾਂ ਆ ਕਿਉਂਕਿ ਉਹਨੇ ਅਜੇ ਦੁਨਿਆਵੀ ਸੰਸਾਰਿਕ ਝਮੇਲਾ ਜਿਹੜਾ ਵਾ ਉਹਨੂੰ ਨਹੀਂ ਸਿੱਖਿਆ ਤੇ ਉਹ ਬਖਸ਼ਿਸ਼ ਦਾ ਪਾਤਰ ਬਣ ਕੇ ਜ਼ਿੰਦਗੀ ਜੀਂਦਾ ਆ। ਠੀਕ ਅਸੀਂ ਬੱਚਿਆਂ ਵਾਂਗ ਸੰਸਾਰ ਵਿੱਚ ਰਹਿਣਾ ਆ, ਪਰ ਸੰਸਾਰ ਦੀਆਂ ਚਲਾਕੀਆਂ, ਸੰਸਾਰ ਵਿੱਚੋਂ ਹੇਰਾ ਫੇਰੀਆਂ, ਸੰਸਾਰ ਵਿੱਚੋਂ ਬੇਈਮਾਨੀਆਂ, ਸੰਸਾਰ ਵਿੱਚੋਂ ਕਿਸੇ ਦਾ ਮਾੜਾ ਕਿਵੇਂ ਕਰਨਾ ਆ, ਸੰਸਾਰ ਵਿੱਚੋਂ ਕਿਸੇ ਦਾ ਨੁਕਸਾਨ ਕਿਵੇਂ ਪਹੁੰਚਾਉਣਾ ਹੈ, ਇਹ ਚੀਜ਼ਾਂ ਸੰਸਾਰ ਵਿੱਚੋਂ ਨਹੀਂ ਸਿੱਖਣੀਆਂ। ਇਹਨੂੰ ਬਾਣੀ 'ਚ ਅੱਗੇ ਜਾ ਕੇ ਸੱਚੇ ਪਾਤਸ਼ਾਹ ਜੀ ਐਵੇਂ ਸਮਝਾਉਂਦੇ ਆ, ਜਪਜੀ ਸਾਹਿਬ ਵਿੱਚ ਅੰਜਨ ਮਾਹਿ ਨਿਰੰਜਨ ਰਹੀਏ ਵਾਲੀ ਗੱਲ ਸਾਡੇ ਧਿਆਨ ਵਿੱਚ ਲਿਆਉਂਦੇ ਆ। ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੇ। ਜਪਜੀ ਸਾਹਿਬ ਵਿੱਚ ਜੇ ਧਿਆਨ ਨਾਲ ਵੇਖਾਂਗੇ ਤੇ ਬਹੁਤ ਸਾਰੇ ਥਾਂ ਅੱਗੇ ਜਾ ਕੇ ਪੜ੍ਹਨ ਸੁਣਨ ਨੂੰ ਮਿਲੂਗੀ ਵੀ ਅਸੀਂ ਰਹਿਣਾ ਸੰਸਾਰ ਵਿੱਚ ਹੈ, ਪਰ ਸੰਸਾਰ ਦੀ ਉਹ ਜਿਹੜੀ ਮਾਇਆ ਵਾਲੀ, ਜਿਹੜੀ ਕਾਲਖ ਵਾਲਾ ਪ੍ਰਭਾਵ ਆ, ਉਹਨੂੰ ਨਹੀਂ ਕਬੂਲਣਾ। ਸੋ ਇੱਕ ਨਾ ਹੁਕਮੀ ਬਖਸ਼ੀਸ਼, ਕਈਆਂ ਨੇ ਹੁਕਮ ਨੂੰ, ਹੁਣ ਵੇਖਿਓ ਗੱਲ ਆਪਾਂ ਪਿੱਛੇ ਕੀਤੀ ਸੀ ਵੀ ਜਦੋਂ ਇੱਕ ਸ਼ਬਦ ਆਊਗਾ ਤੇ ਇੱਕ ਦੇ ਅਰਥ ਕਈ ਹੋਣਗੇ। ਹੁਣ ਇੱਥੇ ਇੱਕ ਦੇ ਅਰਥ ਕਈ ਨੇ। ਇੱਕ ਨਾ ਕਈਆਂ ਨੇ ਹੁਕਮ ਨੂੰ ਸਮਝ ਕੇ ਬਖਸ਼ਿਸ਼ ਦੇ ਪਾਤਰ ਬਣਨ ਦੀ ਜਾਚ ਸਿੱਖ ਲਈ। ਇੱਕ ਹੁਕਮੀ ਸਦਾ ਪੁਆਈ ਹੈ, ਇੱਕ ਕਈ ਲੋਕ ਬਹੁਤਾਤ ਗਿਣਤੀ ਵਿੱਚ ਹੁਕਮ ਨੂੰ ਨਾ ਸਮਝਣ ਕਰਕੇ, ਹੁਕਮ ਨੂੰ ਨਾ ਜਾਣਨ ਕਰਕੇ, ਹੁਕਮ ਦੀ ਸਮਝ ਨਾ ਹੋਣ ਕਰਕੇ ਭਵਾਈਆਂ ਮੁਸ਼ਕਲ ਵਿੱਚ ਪੈ ਰਹਿੰਦੇ ਆ, ਦੁਬਿਧਾ ਵਿੱਚ ਪੈ ਰਹਿੰਦੇ ਆ, ਮੰਜ਼ਿਲ ਵਾਲੇ ਬੰਨੇ ਨੂੰ ਸਫ਼ਰ ਤੈਅ ਨਹੀਂ ਕਰ ਸਕਦੇ। ਉਹ ਸੰਸਾਰ ਨੂੰ ਖੂਬਸੂਰਤ ਬਣਾਉਣ ਵਿੱਚ ਆਪਣਾ ਯੋਗਦਾਨ ਨਹੀਂ ਪਾ ਸਕਦੇ। ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਇਸ ਤਰ੍ਹਾਂ ਇਨ ਬਿਨ ਨਜ਼ਰੀਆਂ ਆਉਂਦੀਆਂ ਔਰ ਅਸੀਂ ਆਲੇ ਦੁਆਲੇ ਵਿੱਚ ਬਹੁਤ ਇਸ ਤਰ੍ਹਾਂ ਦਾ ਦੇਖਦੇ ਹਾਂ। ਹੁਣ ਇਹਦੇ ਤੋਂ ਅੱਗੇ ਗੱਲ ਸਮਝ ਆ ਗਈ ਆਪਾਂ ਨੂੰ ਵੀ ਹੁਕਮ ਹੈ ਅੰਦਰ ਸਭ ਕੋ। ਹੁਣ ਫਿਰ ਇੱਕ ਵਾਰ ਸਾਰੀ ਪੌੜੀ ਨੂੰ ਨਿਗਾਹ ਮਾਰੋ। ਸਾਰਾ ਕੁਝ ਹੁਕਮ ਵਿੱਚ ਹੈ, ਪਰ ਜਿਹੜਾ ਹੁਕਮ ਨੂੰ ਸਮਝੂਗਾ ਸੁੱਖ ਉਹਦੀ ਜ਼ਿੰਦਗੀ 'ਚ ਨਸੀਬ ਹੋਣਗੇ। ਪਿਆ ਹੋਇਆ ਬੰਦਾ ਅਕਸਰ ਠੀਕ ਹੈ ਜੀ। ਇਸ ਤਰ੍ਹਾਂ ਨਾਲ ਅਸੀਂ ਇਸ ਪੌੜੀ ਨੂੰ ਸਮਝਣਾ ਹੈ। ਇਹ ਤੋਂ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਵੀ ਅਗਲੀ ਪੌੜੀ ਵੀ ਜੇ ਆਪਾਂ ਸਮਝੀਏ ਤਾਂ ਕਿ ਥੋੜਾ ਜਿਹਾ ਆਪਾਂ ਇਹਨੂੰ ਧਿਆਨ ਨਾਲ ਔਰ ਜਲਦੀ ਫਿਰ ਮੈਂ ਸਵਾਲ ਵੀ ਆਪਾਂ ਉਸ ਬੰਨੇ ਵੀ ਆਉਂਦੇ ਆ। ਗੌਰਵ ਵੀਰ ਜਾਂ ਰੇਸ਼ਮੀਤ ਭੈਣ ਜੇ ਸੁਣ ਰਹੇ ਆ ਤਾਂ ਆਪਾਂ ਅਗਲੀ ਪੌੜੀ ਵਿੱਚ ਆ ਰਹੀਏ। ਵੀਰ ਜੀ ਬੇਨਤੀ ਹੈ ਜੀ,
ਕਿ ਆਪਾਂ ਇੱਕ ਵਾਰੀ ਹਲਕਾ ਜਿਹਾ ਇਹਨੂੰ ਰਿਪੀਟ ਕਰ ਲਈਏ ਲਾਸਟ ਵਿੱਚ, ਜਿਹੜਾ ਆਪਾਂ ਸਮਰਾਈਜ਼ ਕਰ ਲਈਏ ਪਹਿਲੀ ਪੌੜੀ ਨੂੰ ਇੱਕ ਵਾਰ ਫਿਰ ਤੋਂ। ਓਕੇ, ਠੀਕ ਹੈ। ਹਾਂਜੀ, ਇਹਨੂੰ ਏਦਾਂ ਵੇਖ ਲਓ ਵੀ ਹੁਕਮ ਜਿਹੜਾ ਵਾ ਉਹਨੂੰ ਧਿਆਨ ਨਾਲ ਸਮਝੋ। ਮੈਂ ਬਾਰ-ਬਾਰ ਇਹ ਗੱਲ ਤਾਂ ਕਹਿ ਰਿਹਾ ਵੀ ਆਪਾਂ ਨੂੰ ਇਹ ਗੱਲ ਸਮਝ ਵਿੱਚ ਆ ਜੂਗੀ ਤੇ ਸੌਖਾ ਹੋਊਗਾ ਆਪਾਂ ਨੂੰ ਸਾਰਾ। ਗੱਲ ਇੱਥੇ ਹੈ ਵੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਆਪਾਂ ਹੁਕਮ ਸਮਝੀਏ ਤੇ ਹੁਕਮ ਵਿੱਚ ਆਉਣ ਦਾ ਯਤਨ ਕਰੀਏ। ਤੇ ਅਸੀਂ ਜੀਵ ਹੁਣ ਆਕਾਰ ਸਾਰਾ ਕੁਝ, ਸਾਰੀ ਸ੍ਰਿਸ਼ਟੀ ਹੁਕਮ ਦੀ ਗੱਲ ਗੁਰਬਾਣੀ ਕਰਦੀ ਹੈ, ਪਰ ਆਪਾਂ ਐਜ ਜੀਵ ਬਾਣੀ ਦੀ ਗੱਲ ਕਰ ਰਹੇ ਹਾਂ ਤੇ ਆਪਾਂ ਇਹ ਵੇਖੀਏ ਵੀ ਸਾਡੇ ਲਈ ਕੀ ਹੁਕਮ ਹੈ, ਮੇਰੇ ਲਈ ਕੀ ਹੁਕਮ ਹੈ। ਜਿੰਨੇ ਵੀ ਅਸੀਂ ਇੱਥੇ ਇਸ ਵੇਲੇ ਸ਼ਮੂਲੀਅਤ ਕਰ ਰਹੇ ਹਾਂ, ਅਸੀਂ ਇਹ ਵੇਖੀਏ ਵੀ ਮੇਰੇ ਕੀ ਫਰਜ਼ ਨੇ। ਜੇ ਸੌਖੇ ਅਰਥਾਂ 'ਚ ਇੱਦਾਂ ਕਹਿਣਾ ਹੋਵੇ ਵੀ ਹੁਕਮ ਕੀ ਹੈ, ਫਰਜ਼ਾਂ ਨੂੰ ਸਮਝਣਾ। ਤੇ ਅਸੀਂ ਆਪਣੇ ਆਪਣੇ ਫਰਜ਼ਾਂ ਤੋਂ ਜਾਣੂ ਹੋਈਏ। ਫਰਜ਼ਾਂ ਤੋਂ ਜਾਣੂ ਹੋ ਕੇ ਅਸੀਂ ਜ਼ਿੰਦਗੀ ਨੂੰ ਸੁਖਾਲਾ ਬਣਾ ਸਕਦੇ ਹਾਂ, ਖੂਬਸੂਰਤ। ਆਪ ਫਰਜ਼ਾਂ ਸਮਝਣ ਲੱਗ ਜਾਵਾਂਗੇ ਤੇ ਹੋ ਸਕਦਾ ਸਾਡੇ ਵੱਲ ਵੇਖ ਕੇ ਕੋਈ ਖੂਬਸੂਰਤ ਬਣਾਉਣ ਦਾ ਯਤਨ ਕਰੇ। ਇਹ ਇਸ ਪੌੜੀ ਦਾ ਜਿਹੜਾ ਕੇਂਦਰੀ ਖਿਆਲ ਆ, ਜਿਹਦੇ ਉੱਤੇ ਕੇਂਦਰਿਤ ਹੋਣਾ ਚਾਹੀਦਾ ਔਰ ਬੜੇ ਧਿਆਨ ਨਾਲ ਇਹ ਗੱਲ ਜਿਹੜੀ ਉਹ ਸਮਝਣੀ ਚਾਹੀਦੀ। ਠੀਕ ਹੈ ਜੀ। ਗੌਰਵਵੀਰ ਜੀ, ਆਪਾਂ 1 ਮਿੰਟ ਪਹਿਲੇ ਐਸੇ ਪੌੜੀ ਦੇ ਸਵਾਲ ਲੈ ਲਈਏ ਜੀ। ਜੀ ਲੈ ਲਓ। ਇਸ ਪੌੜੀ ਦੇ ਜੇ ਕਿਸੇ ਦੇ ਕੋਈ ਸਵਾਲ ਨੇ ਜੀ, ਕਿਉਂਕਿ ਹੁਕਮ ਦੀ ਪੌੜੀ ਦੇ ਆਪਣੀ ਲਾਸਟ ਟਾਈਮ ਵੀ ਗੱਲ ਹੋਈ ਸੀਗੀ, ਜੇ ਕਿਸੇ ਦੇ ਕੋਈ ਸਵਾਲ ਨੇ ਤਾਂ ਉਹ ਪਲੀਜ਼ ਹੈਂਡ ਰੇਜ਼ ਕਰ ਸਕਦੇ। ਹੁਕਮ ਨੂੰ ਸਮਝ ਕਿਵੇਂ ਸਕਦੇ ਆ ਵੀਰ ਜੀ? ਹਰਜੀਤ ਸਿੰਘ ਪੁੱਛਦੇ ਨੇ। ਹੁਕਮ ਨੂੰ ਸਮਝ ਸਕਦੇ ਹਾਂ ਜਿਵੇਂ ਆਪਾਂ ਪਿੱਛੇ ਤੋਂ ਸ਼ੁਰੂ ਕਰੀਏ ਵੀ ਇੱਕ ਓਂਕਾਰ ਪ੍ਰਮਾਤਮਾ ਇੱਕ ਹੈ ਤੇ ਉਸ ਪ੍ਰਮਾਤਮਾ ਦੇ ਗੁਣ ਅਸੀਂ ਆਪਣੀ ਜ਼ਿੰਦਗੀ 'ਚ ਪੈਦਾ ਕਰਨੇ ਆ ਤੇ ਉਹਦੇ ਗੁਣਾਂ ਨੂੰ ਸਮਝਣਾ, ਆਪਣੀ ਜ਼ਿੰਮੇਵਾਰੀ ਨੂੰ ਠੀਕ ਸਮਝ ਪਾਉਣਾ ਤੇ ਜ਼ਿੰਮੇਵਾਰ ਹੋ ਪਾਉਣਾ, ਇਹੀ ਹੁਕਮ ਨੂੰ ਸਮਝਣਾ ਹੈ। ਇੱਕ ਚੀਜ਼ ਹੋਰ ਧਿਆਨ 'ਚ ਮੈਂ ਪਹਿਲਾਂ ਵੀ ਦੁਹਰਾਈ ਸੀ, ਫਿਰ ਦੁਹਰਾਉਣਾ ਵਾ। ਹੁਕਮ ਦਾ ਅੰਤ ਨਹੀਂ ਪਾਉਣਾ, ਪਾਇਆ ਨਹੀਂ ਜਾ ਸਕਦਾ। ਮੈਂ ਵੇਖਣਾ ਵੀ ਮੇਰੇ ਲਈ ਕੀ ਫਰਜ਼ ਨੇ, ਮੇਰੇ ਕੀ ਫਰਜ਼ ਬਣਦੇ ਆ, ਮੇਰੇ ਵਾਸਤੇ ਗੁਰੂ ਸਾਹਿਬ ਜੀ ਦਾ ਕੀ ਹੁਕਮ ਹੈ। ਮੰਨ ਲਓ ਮੈਨੂੰ ਐਜ ਏ ਨਛੱਤਰ ਸਿੰਘ ਜੇ ਗੱਲ ਕਰੇ ਤੇ ਮੇਰੇ ਲਈ ਗੁਰੂ ਸਾਹਿਬ ਮੈਨੂੰ ਹੁਕਮ ਦਿੰਦੇ ਆ ਵੀ ਬਾਣੀ ਨੂੰ ਧਿਆਨ ਨਾਲ ਸਮਝਣਾ ਆ ਤੇ ਨਿਸਵਾਰਥ ਹੋ ਕੇ ਬਾਣੀ ਦਾ ਜਿਹੜਾ ਅਸਲੀ ਪੱਖ ਹੈ ਉਹੀ ਸਮਾਜ ਦੇ ਸਾਹਮਣੇ ਰੱਖਣਾ ਆ। ਬਾਣੀ ਦਾ ਕੋਈ ਵੀ ਪੱਖ ਇਸ ਤਰ੍ਹਾਂ ਨਾਲ ਨਹੀਂ ਰੱਖਣਾ ਵੀ ਇਹਦਾ ਮੈਨੂੰ ਕੋਈ ਨੁਕਸਾਨ ਹੋਊਗਾ ਤੇ ਇਹਦਾ ਮੈਨੂੰ ਕੋਈ ਫਾਇਦਾ ਹੋਊਗਾ। ਸੋ ਆਪਣੇ ਆਪਣੇ ਦਾਇਰੇ ਵਿੱਚ, ਆਪਣੇ ਆਪਣੇ ਖੇਤਰ ਵਿੱਚ ਸਾਨੂੰ ਹੁਕਮ ਜਿਹੜਾ ਵਾ ਉਹ ਸਮਝ ਆਊਗਾ ਤੇ ਅਸੀਂ ਉੱਥੇ ਹੀ ਫਰਜ਼ਾਂ ਨੂੰ ਨਿਭਾਵਾਂਗੇ ਤੇ ਅਸੀਂ ਹੁਕਮ ਵਿੱਚ ਚੱਲ ਰਹੇ ਹਾਂ। ਠੀਕ ਹੈ ਜੀ। ਹੋਰ ਸਵਾਲ ਜੀ? ਜੁਝਾਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ। ਹਾਂਜੀ, ਜਿਵੇਂ ਇੱਕ ਤੇ ਪਹਿਲੇ ਥੋੜਾ ਜਿਹਾ ਇਹਨੂੰ ਐਕਸਪਲੇਨ ਕਰ ਸਕਦੇ ਹੋ? ਇੱਕ ਹੁਕਮੇ ਸਦਾ ਪਵਾਈ ਹੈ। ਹਾਂਜੀ, ਵੇਖੋ ਸਿੰਪਲ ਇੱਦਾਂ ਵੀ ਇੱਕ ਸਿਲੇਬਸ ਹੈ, ਉਹਨੂੰ ਪੜ੍ਹਨਾ ਵਾ ਤੇ ਇੱਕ ਬੱਚਾ ਪੜ੍ਹ ਰਿਹਾ ਵਾ ਤੇ ਉਹ ਬਖਸ਼ਿਸ਼ ਦਾ ਪਾਤਰ ਬਣ ਰਿਹਾ ਵਾ। ਜਿਹੜਾ ਨਹੀਂ ਪੜ੍ਹ ਰਿਹਾ, ਸਿਲੇਬਸ ਹੁਕਮ ਹੈ, ਜਿਹੜਾ ਪੜ੍ਹ ਲੂਗਾ ਉਹ ਬਖਸ਼ਿਸ਼ ਦਾ ਪਾਤਰ ਬਣੂਗਾ, ਜਿਹੜਾ ਨਹੀਂ ਪੜ੍ਹੂਗਾ ਉਹ ਖੁਆਰ ਹੋਊਗਾ। ਭਵਾਈਏ ਉਹਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਹੀ ਪਊਗਾ। ਤੇ ਇੱਕ ਜਿਵੇਂ ਹੁਕਮੇ ਉਹਨਾਂ ਨੇ ਕਿਹਾ ਹੁਕਮ ਦੇ ਅੰਦਰ ਰਹਿ ਕੇ ਸਭ ਕੁਝ ਕਰਨਾ ਚਾਹੀਦਾ, ਪਰ ਹੁਕਮ ਦੇ ਅੰਦਰ ਹੁਣ ਕਰੈਕਟਰਾਈਜ਼ ਕਿਵੇਂ ਕਰਾਂਗੇ ਕਿ ਇਹ ਚੀਜ਼ ਗਲਤ ਹੈ ਤੇ ਇਹ ਚੀਜ਼ ਠੀਕ ਹੈ? ਇੱਧਰ ਕੋਈ ਬੁੱਕ ਨਹੀਂ ਹੈਗੀ ਕਿ ਜਿਹੜੀ ਐਕਸਪਲੇਨ ਕਰੇਗੀ ਕਿ ਇਹ ਚੀਜ਼ ਗਲਤ ਹੈ। ਕੋਈ ਚੀਜ਼ਾਂ ਤੁਹਾਡੇ ਵਾਸਤੇ ਜਿਵੇਂ ਗਲਤ ਹੋ ਸਕਦੀ ਹੈ, ਮੇਰੇ ਵਾਸਤੇ ਠੀਕ ਹੋ ਸਕਦੀ ਹੈ, ਤੇ ਉਵੇਂ ਹੀ ਕੋਈ ਹਜੇ ਤੱਕ ਕੋਈ ਬੁੱਕ ਨਹੀਂ ਬਣੀ ਜਿਹੜੀ ਐਕਸਪਲੇਨ ਕਰਦੀ ਹੋਏ ਕਿ ਇਹ ਚੀਜ਼ ਗਲਤ ਹੈ, ਲਾਈਫ ਵਿੱਚ ਇਹ ਚੀਜ਼ ਠੀਕ ਹੈ। ਤੇ ਉਹ ਬੰਦਾ ਕਿਵੇਂ ਜਾਣੇ? ਫੋਰ ਐਗਜ਼ਾਮਪਲ ਕਿ ਜਿਵੇਂ ਆਹ ਗਲਤ ਕਿਸੇ ਲਈ ਤੇ ਕਿਸੇ ਲਈ ਠੀਕ ਹੋ ਸਕਦਾ। ਕਾਫੀ ਚੀਜ਼ਾਂ ਹੁੰਦੀਆਂ ਨੇ ਵੈਸੇ, ਬਟ ਜਿਵੇਂ ਸਾਨੂੰ ਹੁਣ ਹੁਕਮ ਦੀ ਪੌੜੀ ਜਿਵੇਂ ਪੜ੍ਹ ਰਹੇ ਹੋ ਤੇ ਹੁਕਮ ਦੇ ਅੰਦਰ ਐਕਸਪਲੇਨ ਕੀਤਾ ਹੈ ਕਿ ਉਹਦੇ ਹੁਕਮ ਦੇ ਅੰਦਰ ਰਹਿ ਕੇ ਸਭ ਕੁਝ ਕਰਨਾ ਚਾਹੀਦਾ, ਬਟ ਉਹ ਚੀਜ਼ਾਂ ਕਿਸੇ ਐਕਸਪਲੇਨ ਨੇ ਕਿ ਇਹ ਚੀਜ਼ ਗਲਤ ਹੈ ਤੇ ਇਹ ਚੀਜ਼ ਠੀਕ ਹੈ। ਵੀਰ ਜੀ, ਬੜਾ ਜ਼ਰੂਰੀ ਸਵਾਲ ਹੈ ਜੀ ਕਿ ਇੱਕ ਕੌਣ ਤੈਅ ਕਰੇਗਾ ਕਿ ਕਿਹੜੀ ਚੀਜ਼ ਹੁਕਮ ਵਿੱਚ ਹੈ ਤੇ ਕਿਹੜੀ ਹੁਕਮ ਤੋਂ ਉਲਟ ਹੋ ਰਹੀ ਹੈ? ਨਹੀਂ, ਇਹੀ ਤੇ ਗੁਰੂ ਸਾਹਿਬ ਫੈਸਲਾ ਕਰ ਰਿਹਾ ਨਾ। ਅੱਗੇ ਜਦੋਂ ਆਪਾਂ ਨਾਲ ਚੱਲਾਂਗੇ ਤਾਂ ਸਾਡੇ ਸਾਹਮਣੇ ਚੀਜ਼ਾਂ ਆ ਜਾਣਗੀਆਂ ਨਾ। ਉਹ
ਠੀਕ ਹੈ ਜੀ, ਇਹਦਾ ਜਵਾਬ ਮਿਲੇਗਾ। ਹਾਂ, ਇਹਦਾ ਜਵਾਬ ਆਪਾਂ ਨੂੰ ਅੱਗੇ ਜਾ ਕੇ ਮਿਲੂਗਾ। ਓਕੇ, ਠੀਕ ਹੈ ਥੈਂਕ ਯੂ। ਠੀਕ ਹੈ ਜੀ। ਤੇ ਮੈਨੂੰ ਵੈਸੇ ਵੀ ਲੱਗਦਾ ਕਿ ਵੀਰ ਜੀ ਜਿਹੜੀ ਗੱਲ ਜੁਝਾਰ ਸਿੰਘ ਜੀ ਤੁਸੀਂ ਕਰ ਰਹੇ ਹੋ ਕਿ ਇਹ ਤੈਅ ਕੌਣ ਕਰੂਗਾ, ਮੈਨੂੰ ਲੱਗਦਾ ਹੈ ਕਿ ਜੇ ਆਹ ਚੀਜ਼ ਗੁਰਬਾਣੀ ਤੈਅ ਕਰ ਰਹੀ ਹੈ ਕਿ ਅਸੀਂ ਹੁਕਮ 'ਚ ਰਹਿ ਕੇ ਸਭ ਕੁਝ ਕਰਨਾ ਹੈ, ਤੇ ਇਹਦਾ ਜਵਾਬ ਵੀ ਗੁਰਬਾਣੀ 'ਚੋਂ ਹੀ ਸਾਨੂੰ ਲੱਭ ਜਾਣਾ ਹੈ ਵੀ ਫਿਰ ਹੁਕਮ ਹੈ ਕਿਹੜਾ ਤੇ ਕਿਹੜਾ ਨਹੀਂ ਹੈ। ਤੇ ਬੜੀ ਆਰਾਮ ਨਾਲ ਸਾਨੂੰ ਇਹਦੇ 'ਚੋਂ ਗੁਰਬਾਣੀ 'ਚੋਂ ਹੀ ਜਵਾਬ ਲੱਭਣਾ ਹੈ। ਅਗਲੀਆਂ ਪੌੜੀਆਂ ਦੇ ਵਿੱਚ ਇਹ ਕਹਿੰਦੇ ਆ ਕਿ ਪਹਿਲੇ ਗੁਰੂ ਸਾਹਿਬ ਨੇ ਇੱਕ ਸੈੱਟ ਕਰਤਾ ਵੀ ਆਪਾਂ ਹੁਕਮ ਦੇ ਅੰਦਰ ਰਹਿਣਾ ਤੇ ਹੁਕਮ ਨੂੰ ਮੰਨਣਾ। ਹੁਣ ਹੁਕਮ ਦੇ ਵਿੱਚ ਕੀ ਹੈ, ਕੀ ਹੁੰਦੇ, ਕੌਣ ਤੈਅ ਕਰੂਗਾ, ਉਹ ਵੀ ਗੁਰਬਾਣੀ ਦੇ ਵਿੱਚ ਹੀ ਆਪਾਂ ਨੂੰ ਜ਼ਰੂਰ ਇਹਦਾ ਜਵਾਬ, ਮੈਨੂੰ ਉਮੀਦ ਹੈ ਕਿ ਆਪਾਂ ਜ਼ਰੂਰ ਨਾ। वैसे एक छोटा सा एग्जांपल अगर मैं छोटा सा एग्जांपल मैं देना चाहता अगर ਤੁਸੀਂ ਅਲਾਓ ਕਰੋ। ਜਿਵੇਂ ਮੋਸਟਲੀ ਲਾਈਫ ਵਿੱਚ ਸਾਰਿਆਂ ਦੇ ਇਹ ਹੈਪਨ ਹੁੰਦਾ ਹੈ ਕਿ ਵੈਸੇ ਤਾਂ ਮੈਂ ਵੈਜੀਟੇਰੀਅਨ ਹੈਗਾ, ਬਟ ਲੋਕ ਕਹਿੰਦੇ ਨੇ ਕਿ ਵੈਜੀਟੇਰੀਅਨ ਹੋਣਾ ਵੀ ਗਲਤ ਹੈ ਜਾਂ ਨॉन ਵੈਜੀਟੇਰੀਅਨ, ਮਤਲਬ ਨॉन ਵੈਜੀਟੇਰੀਅਨ ਹੋਣਾ ਗਲਤ ਹੈ, ਵੈਜੀਟੇਰੀਅਨ ਹੋਣਾ ਠੀਕ ਹੈਗਾ। ਤੇ ਇਹ ਲੋਕਾਂ ਦੇ ਦਿਮਾਗ ਵਿੱਚ ਤੇ ਡਿਸਕਸ਼ਨ ਚੱਲਦਾ ਹੀ ਰਹਿੰਦਾ ਹੈ। ਉਹ ਕਹਿੰਦੇ ਕਿ ਕਿੱਥੇ ਲਿਖਿਆ ਹੋਇਆ, ਕਿਹੜੀ ਕਿਤਾਬ ਵਿੱਚ ਲਿਖਿਆ ਗਲਤ ਹੈ। ਐਵੇਂ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੇ ਲਾਈਫ ਵਿੱਚ ਸਾਡੇ ਹੈਪਨ ਹੁੰਦੀਆਂ ਨੇ ਸਿਮਿਲਰ। ਵੀਰ ਜੀ ਮੈਨੂੰ ਲੱਗਦਾ ਵੀ ਇਹ ਅੱਗੇ ਜਾ ਕੇ ਨਾ ਸਪਸ਼ਟ ਹੋ ਜੂਗੀ ਆਪਣੇ ਸਾਹਮਣੇ, ਜਪਜੀ ਸਾਹਿਬ ਵਿੱਚ ਹੀ ਸਪਸ਼ਟ ਹੋਣਗੀਆਂ ਗੱਲਾਂ ਵੀ ਠੀਕ ਕੀ ਹੈ ਤੇ ਗਲਤ ਕੀ ਹੈ। ਕੁਝ ਚੀਜ਼ਾਂ ਨਾ ਅਸਲ 'ਚ ਜਾਣਬੁੱਝ ਕੇ ਕ੍ਰੀਏਟ ਕੀਤੀਆਂ ਗਈਆਂ ਵਾ। ਇਹਨਾਂ ਚੀਜ਼ਾਂ ਦਾ ਧਰਮ ਨਾਲ ਜਾਂ ਇਹਨਾਂ ਚੀਜ਼ਾਂ ਦਾ ਮਨੁੱਖ ਨਾਲ ਸੰਬੰਧ ਨਹੀਂ ਹੈਗਾ। ਵੇਖੋ ਗੱਲ ਫਿਰ ਮਾਸ ਖਾਣ ਤੇ ਆਉਂਦੀ ਹੈ, ਗੋਭੀ ਦੀ ਨਹੀਂ ਆਉਂਦੀ, ਕਦੇ ਆਈਸਕ੍ਰੀਮ ਦੀ ਨਹੀਂ ਆਉਂਦੀ। ਹਾਂਜੀ, ਤਾਂ ਹੀ ਮੈਂ ਪੁੱਛਿਆ ਕਿ ਡਿਸਕਸ਼ਨ ਇਹਦੇ ਤੇ ਚੱਲਦਾ ਰਹਿੰਦਾ ਲਾਈਫ ਟਾਈਮ। ਇਹਦਾ ਜਵਾਬ ਵੀ ਵੀਰ ਜੀ ਆਪਾਂ ਲੱਭਾਂਗੇ ਜੀ। ਮੈਂ ਉਹੀ ਕਹਿ ਰਿਹਾ ਕਿ ਵੀਰ ਜੀ ਆਪਾਂ ਉਹੀ ਗੱਲ ਹੈ ਕਿ ਆਪਾਂ ਇਹਦਾ ਵੀ ਜਵਾਬ ਕਿ ਕਿਹੜੀ ਚੀਜ਼ ਦੀ ਬਹਿਸ ਜ਼ਰੂਰੀ ਹੈ ਤੇ ਕਿਹੜੀ ਚੀਜ਼ ਦੀ ਨਹੀਂ ਜ਼ਰੂਰੀ, ਇਹ ਵੀ ਸਾਨੂੰ ਗੁਰਬਾਣੀ ਨੇ ਹੀ ਜਵਾਬ ਦੇਣਾ। ਇਹ ਵੀ ਸਾਨੂੰ ਇਹ ਸਵਾਲ ਜਿਹੜੇ ਹੈ ਇਹਦੇ ਆਪਣੇ ਸਾਰਿਆਂ ਦੇ ਅੰਦਰ ਜ਼ਰੂਰ ਆਉਣੇ ਆ ਸਵਾਲ। ਇਹ ਤੋਂ ਜਿਹੜੀ ਅਗਲੀ ਪੌੜੀ ਹੈ ਨਾ ਵੀਰ ਜੀ, ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਹੀ ਆਉਣਗੀਆਂ। ਵੇਖੋ ਜੀ, ਇਹ ਤੋਂ ਅਗਲੀ ਪੌੜੀ ਇਸ ਲੜੀ 'ਚ ਹੀ ਆ, ਬਹੁਤ ਚੀਜ਼ਾਂ ਉਹਦੇ 'ਚ ਆਉਣਗੀਆਂ। ਹਾਂਜੀ, ਠੀਕ ਹੈ ਜੀ। ਹੋਰ ਸਵਾਲ ਕੋਈ? ਤ੍ਰਿਸ਼ਮੀਤ ਕੌਰ ਕਹਿੰਦੇ ਮੈਂ ਵੀ ਸਵਾਲ ਪੁੱਛਣਾ ਹੈ। ਤ੍ਰਿਸ਼ਮੀਤ ਕੌਰ, ਹਾਂਜੀ ਵੀਰ ਜੀ ਕਿ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਕਮ ਸਭ ਲਈ ਅਲੱਗ ਹੁੰਦਾ ਹੈ। ਤੁਹਾਡੇ ਲਈ ਹੁਕਮ ਕੁਝ ਹੋਰ ਹੋ ਸਕਦਾ ਹੈ ਤੇ ਮੇਰੇ ਲਈ ਹੁਕਮ ਕੁਝ ਹੋਰ ਹੋ ਸਕਦਾ ਹੈ। ਬਿਲਕੁਲ ਬਿਲਕੁਲ। ਅਸਲ ਵਿੱਚ ਇਹ ਗੱਲ ਸਮਝਣੀ ਹੀ ਪੈਣੀ ਹੈ, ਕਿਉਂਕਿ ਰਾਜਨੀਤਿਕ ਲਈ ਹੁਕਮ ਹੋਰ ਹੈ, ਮੇਰੇ ਲਈ ਹੁਕਮ ਹੋਰ ਹੈ, ਦੁਕਾਨ ਤੇ ਬੈਠੇ ਬੰਦੇ ਲਈ ਹੁਕਮ ਹੋਰ ਹੈ, ਡਾਕਟਰ ਲਈ ਹੁਕਮ ਹੋਰ ਹੈ। ਇਸੇ ਕਰਕੇ ਤੇ ਪੂਰਾ ਬ੍ਰਹਿਮੰਡ ਹੁਕਮ ਵਿੱਚ ਆਊਗਾ ਤਾਂ ਠੀਕ ਹੋਊਗਾ ਨਾ। ਫਿਰ ਮੈਨੂੰ ਲੱਗਦਾ ਜੋ ਜੁਝਾਰ ਵੀਰ ਜੀ ਸਵਾਲ ਪੁੱਛ ਰਹੇ ਸੀ, ਇਹਦਾ ਜਵਾਬ ਸਾਨੂੰ ਇੱਥੋਂ ਹੀ ਮਿਲ ਜਾਂਦਾ ਹੈ ਕਿ ਕਿਸੇ ਦਾ ਰਾਈਟ ਕੁਝ ਹੋਰ ਹੈ ਤੇ ਕਿਸੇ ਦਾ ਰਾਈਟ ਕੁਝ ਹੋਰ ਹੈ। ਦਾ ਮਤਲਬ ਕਿਸੇ ਦਾ ਹੁਕਮ ਕੁਝ ਹੋਰ ਹੈ ਤੇ ਕਿਸੇ ਦਾ ਹੁਕਮ ਕੁਝ ਹੋਰ ਹੈ। ਇਫ ਆਈ ਐਮ ਪੁਟਿੰਗ ਇਟ ਇਨ ਰਾਈਟ ਸਾਰਾ ਕੁਝ ਬਿਲਕੁਲ, ਉਹ ਸਾਰਾ ਕੁਝ ਅੱਗੇ ਜਾ ਕੇ ਆਊਗਾ। ਬਹੁਤ ਦੇਖੋ, ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਨੀ ਨਾ, ਉਹ ਬੜੀ ਗਲੋਬਲ ਗੱਲ ਆ, ਬਹੁਤ ਵੱਡੇ ਪੱਧਰ ਦੀ ਗੱਲ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਜਪਜੀ ਸਾਹਿਬ ਦੇ ਰਾਹੀਂ ਜਾਂ ਬਾਣੀ ਦੇ ਰਾਹੀਂ ਉਹ ਬਣਾ ਕੇ ਪੇਸ਼ ਨਹੀਂ ਕਰ ਪਾਏ ਜੋ ਗੁਰੂ ਨਾਨਕ ਸਾਹਿਬ ਜੀ ਹੈਗੇ ਆ। ਹਾਂਜੀ ਵੀਰ ਜੀ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਤਸਵੀਰ ਲੋਕਾਂ ਨੂੰ, ਮੈਂ ਅੱਜ ਹੀ ਕਿਤੇ ਐਗਜ਼ਾਮਪਲ ਦਿੰਦਾ ਸੀ ਕਿ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਵੇਖਣਾ ਹੋਵੇ ਅੱਜ ਤਾਂ ਸਿੱਖਾਂ 'ਚ ਹੀ ਵੇਖਿਆ ਜਾ ਸਕਦਾ, ਤੇ ਕਿਹਦੀ ਐਗਜ਼ਾਮਪਲ ਦੇਵਾਂਗੇ ਵੀ ਇਹਦੇ 'ਚ ਵੇਖੋ ਗੁਰੂ ਨਾਨਕ ਸਾਹਿਬ ਜੀ, ਹਨਾ। ਤੇ ਜੇ ਸਾਰੇ ਬੰਦੇ ਹੁਕਮ ਨੂੰ ਸਮਝਣਗੇ ਤੇ ਫਿਰ ਕੋਈ ਕਹਿ ਸਕਦਾ ਵੀ ਫਲਾਣੇ ਡਾਕਟਰ ਵਰਗੇ ਸਾਰੇ ਡਾਕਟਰ ਹੋਣੇ ਚਾਹੀਦੇ ਆ, ਫਲਾਣੇ ਵਕੀਲ ਵਰਗੇ ਸਾਰੇ ਵਕੀਲ ਹੋਣੇ ਚਾਹੀਦੇ ਆ, ਫਲਾਣੇ ਜੱਜ ਵਰਗੇ ਸਾਰੇ ਜੱਜ ਹੋਣੇ ਚਾਹੀਦੇ ਆ। ਉਹ ਫਿਰ ਏਦਾਂ ਹੋ ਜਾਊਗਾ ਨਾ ਵੀ ਇਸ ਜੱਜ ਤੋਂ ਹੁਕਮ 'ਚ ਰਹਿਣਾ ਸਿੱਖ ਲਓ, ਇਸ ਡਾਕਟਰ ਤੋਂ ਸਿੱਖ ਲਓ ਹੁਕਮ 'ਚ ਰਹਿਣਾ। ਠੀਕ ਹੈ ਵੀਰ ਜੀ, ਤੇ ਅੱਗੇ ਚੱਲੀਏ ਜੀ ਆਪਾਂ। ਇੱਕ ਸਵਾਲ ਜੀ ਅਪਰਮਜੋਤ ਸਿੰਘ ਜੀ ਦਾ ਸਵਾਲ ਹੈ ਜੀ। ਇੱਕ ਮਿੰਟ ਥੱਲੇ ਇੱਕ ਸਵਾਲ ਆ ਰਿਹਾ, ਮੈਂ ਉਹਦਾ ਪਹਿਲੇ ਇੱਕ ਵਾਰੀ ਉਹਨੂੰ ਨਾ ਗੱਲ ਜੀ ਉਹਨੂੰ ਆਪਾਂ ਕਲੀਅਰ ਕਰ ਦਿੰਦੇ ਹਾਂ ਜੀ। ਕਿ ਜਿਹੜਾ ਸਵਾਲ ਹੈ ਨਾ ਵੀਰ ਜੀ, ਕਿ ਕਿਹੜੀ ਪੰਕਤੀ ਤੇ ਜਿੱਥੇ ਸਾਨੂੰ ਸਿੱਖਾਂ ਨੂੰ ਮਾਸ ਖਾਣ ਤੋਂ ਮਨਾ ਕੀਤਾ ਹੋਇਆ। ਵੀਰ ਜੀ ਆਪਾਂ ਨਾ ਇਹਦੇ ਤੇ ਇੱਕ ਵਾਰੀ ਚ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸ ਦਿੰਦੇ ਹਾਂ। ਆਪਾਂ ਪ੍ਰੋਫੈਸਰ ਨਜੱਤਰ ਸਿੰਘ ਜੀ ਤੇ ਆਪਾਂ ਇੱਕ ਵਾਰੀ ਖੁੱਲੀ ਡਿਸਕਸ਼ਨ ਵੀ ਕਰ ਲਾਂਗੇ, ਪਰ ਜੋ ਅੱਜ ਦੀ ਆਪਣੀ ਗੱਲ ਹੋ ਰਹੀ ਹੈ ਪਹਿਲਾਂ ਤਾਂ ਆਪਾਂ ਉਹਦੇ ਤੇ ਰਹੀਏ। ਦੂਜਾ ਜਿਹੜਾ ਮਾਸ ਖਾਣ ਬਾਰੇ ਸਵਾਲ ਹੈ ਨਾ, ਇਹ ਮੈਨੂੰ ਲੱਗਦਾ ਹਰ ਪ੍ਰਚਾਰਕ ਦੀ ਜ਼ਿੰਦਗੀ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ
ਜਦ ਵੀ ਕੋਈ ਜਾਂਦਾ ਤੇ ਸਭ ਤੋਂ ਪਹਿਲੇ ਉਹਨਾਂ ਲੋਕੀ ਬਹਿ ਜਾਂਦੇ ਮਾਸ ਖਾਣਾ ਚਾਹੀਦਾ ਕਿ ਨਹੀਂ। ਆਪਣੇ ਕੋਲ ਫਿਲਹਾਲ ਕਰਨ ਨੂੰ ਹੋਰ ਬੜੀਆਂ ਡਿਸਕਸ਼ਨਸ ਹੈ ਵੀਰ ਜੀ। ਆਪਾਂ ਇਹਦੇ ਤੇ ਵੀ ਆਵਾਂਗੇ ਤੇ ਇਹਦਾ ਵੀ ਜਵਾਬ ਗੁਰਬਾਣੀ ਚੋਂ ਹੀ ਲਵਾਂਗੇ ਤੇ ਖੁੱਲੀ ਡਿਸਕਸ਼ਨ ਰੱਖ ਕੇ ਹੀ ਲਵਾਂਗੇ। ਤੇ ਗੁਰਬਾਣੀ 'ਚ ਜ਼ਰੂਰ ਹੈਗਾ, ਗੁਰਬਾਣੀ 'ਚ ਜਵਾਬ ਜ਼ਰੂਰ ਹੈਗਾ, ਪਰ ਅਸੀਂ ਉਹ ਲਵਾਂਗੇ। ਅੱਜ ਅਸੀਂ ਆਪਣੀ ਜਿਹੜੀ ਹੈ ਪੌੜੀ ਤੇ ਸੀਮਤ ਰਹਿ ਕੇ ਉਹਦੇ ਤੇ ਜਿਹੜਾ ਚੱਲਣਾ ਚਾਹੁੰਦੇ ਹਾਂ ਜੀ। ਬਿਲਕੁਲ। ਅਪਰਮਜੋਤ ਸਿੰਘ ਜੀ ਨਹੀਂ, ਗੁਰੰਜ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵੀਰ ਜੀ ਮੈਂ ਪੁੱਛਣਾ ਸੀ ਜੀ ਕਿ ਮੈਂ ਇੱਕ ਪੰਕਤੀ ਨੂੰ ਜੇ ਮੈਂ ਜਿਹੜੀ ਮੇਰੀ ਸਮਝ ਹੈ ਮੈਂ ਉਸ ਹਿਸਾਬ ਨਾਲ ਤੁਹਾਨੂੰ ਦੱਸਾਂਗਾ। ਤੁਸੀਂ ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹ ਸਹੀ ਹੈ ਕਿ ਨਹੀਂ, ਕਿ ਮਤਲਬ ਹੁਕਮੀ ਉੱਤਮ ਨੀਚ, ਇਹ ਜਿਹੜੀ ਪੰਕਤੀ ਹੈ ਇਹਦਾ ਅਰਥ ਇਹ ਨਿਕਲਦਾ ਕਿ ਹੁਕਮ ਨੂੰ ਬੁੱਝਣ ਵਾਲਾ ਉੱਤਮ ਹੈ ਤੇ ਹੁਕਮ ਨੂੰ ਨਾ ਬੁੱਝਣ ਵਾਲਾ ਨੀਚ ਹੈ, ਨਾ ਕਿ ਹੁਕਮ ਦੇ ਅੰਦਰ ਹੀ ਚੱਲ ਕੇ ਇਨਸਾਨ ਉੱਤਮ ਜਾਂ ਨੀਚ ਬਣਦਾ ਹੈ। ਕਿਵੇਂ ਵੀ ਜੀ ਦੁਬਾਰਾ ਰਿਪੀਟ ਕਰਿਓ। ਵੀਰ ਜੀ ਦਾ ਕਹਿਣਾ ਹੈ ਜੀ ਕਿ ਹੁਕਮ ਇਹਨਾਂ ਨੂੰ ਲੱਗਦਾ ਹੈ ਕਿ ਹੁਕਮੀ ਉੱਤਮ ਨੀਚ ਦਾ ਜਿਹੜਾ ਅਰਥ ਹੈ ਉਹ ਇਹ ਹੈਗਾ ਕਿ ਹੁਕਮ ਨੂੰ ਮੰਨਣ ਵਾਲਾ ਉੱਤਮ ਹੈ ਤੇ ਹੁਕਮ ਨੂੰ ਨਾ ਮੰਨਣ ਵਾਲਾ ਨੀਚ ਹੈ। ਤੇ ਨਾ ਕਿ ਇਹ ਹੈਗਾ ਕਿ ਹੁਕਮ ਵਿੱਚ ਰਹਿ ਕੇ ਇਨਸਾਨ ਉੱਤਮ ਜਾਂ ਨੀਚ ਬਣਦਾ। ਨਹੀਂ ਉਹੀ ਕਹਿ ਰਹੇ ਨਾ ਵੀ ਜੀ, ਆਪਾਂ ਇਹ ਤੇ ਕਹਿ ਨਹੀਂ ਰਹੇ ਹੁਕਮ ਵਿੱਚ ਉੱਤਰ, ਪਰ ਤੁਸੀਂ ਹੁਕਮ ਤੋਂ ਮੁਨਕਰ ਨਹੀਂ ਨਾ ਹੋ ਸਕਦੇ। ਮੰਨ ਲਓ ਵੀ ਜੇ ਨਹੀਂ ਪੇਪਰ ਦਿੱਤੇ ਤੇ ਇਹ ਵੀ ਤਾਂ ਹੁਕਮ ਹੈ ਨਾ, ਫੇਲ ਹੋਣਾ ਉਹਨੇ, ਹੁਕਮ ਹੀ ਹੈ ਨਾ। ਇਹ ਆਪਾਂ ਕਿੱਦਾਂ ਕਹਿ ਸਕਦੇ ਵੀ ਇਹ ਜੇ ਉਹ ਪਾਸ ਹੋਊਗਾ ਤਾਂ ਫਿਰ ਉਹ ਹੁਕਮ ਨਹੀਂ ਹੈ ਨਾ। ਇਹਨੂੰ ਵੀਰ ਜੀ ਥੋੜਾ ਜਿਹਾ ਡਿਟੇਲ ਚ ਇੱਕ ਵਾਰੀ ਫਿਰ ਐਕਸਪਲੇਨ ਕਰੋ। ਮੈਨੂੰ ਲੱਗਦਾ ਗੱਲ ਇੱਕੋ ਹੀ ਹੈ ਜੋ ਵੀਰ ਜੀ ਵੀ ਕਹਿ ਰਹੇ ਨੇ। ਇੱਕੋ ਹੀ ਗੱਲ ਹੈ, ਦੋਵੇਂ ਇੱਕੋ ਹੀ ਗੱਲ ਹੈ ਜੀ। ਉਹ ਵੀ ਇਹੀ ਕਹਿ ਰਿਹਾ ਵੀ ਹੁਕਮ ਨੂੰ ਸਮਝਣ ਵਾਲਾ ਉੱਤਮ ਹੈ, ਨਾ ਸਮਝਣ ਵਾਲਾ ਨੀਚ ਹੈ। ਤੇ ਮੈਂ ਵੀ ਇਹੀ ਕਹਿ ਰਿਹਾ ਵੀ ਹੁਕਮ ਨੂੰ, ਉਹਦਾ ਹੁਕਮ ਹੀ ਹੈ ਵੀ ਜਿਹੜਾ ਬੰਦਾ ਹੁਕਮ ਨੂੰ ਸਮਝ ਪਾ ਰਿਹਾ ਉਹ ਉੱਤਮ ਬਣ ਜਾਂਦਾ ਵਾ, ਤੇ ਜਿਹੜਾ ਨਹੀਂ ਸਮਝ ਪਾ ਰਿਹਾ ਉਹ ਨੀਚ ਬਣਦਾ। ਇਹ ਵੀ ਉਹਦਾ ਹੁਕਮ ਹੀ ਹੈ ਜੀ। ਜੀ ਠੀਕ ਹੈ ਜੀ। ਲਾਗੇ ਬੰਨੇ ਹੀ ਸ਼ਬਦ ਨੇ, ਮੈਨੂੰ ਨਹੀਂ ਲੱਗਦਾ ਕੋਈ ਵੱਖਰੀ ਗੱਲ ਹੈ, ਸੇਮ ਹੀ ਨੇ, ਏਦਾਂ ਹੀ ਹੈ ਗੱਲ ਜੀ। ਜੀ ਵੀਰ ਜੀ ਇੱਕ ਮੇਰਾ ਸਵਾਲ ਸੀ ਕਿ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਹੁਣੇ ਇੱਕ ਤਰ੍ਹਾਂ ਐਵੇਂ ਸਮਝ ਸਕਦੇ ਹਾਂ ਕਿ ਉਹ ਸਾਰਿਆਂ ਵਾਸਤੇ ਇੱਕੋ ਹੀ ਹੁਕਮ ਹੈ ਜੋ ਉਹਨੇ ਸਿੱਖਾਂ ਵਾਸਤੇ ਹੈਗਾ। ਰਹਿਤ ਮਰਿਆਦਾ, ਹਾਂਜੀ ਵੀਰ ਜੀ। ਹਾਂ ਵੀ ਜੀ ਕਹਿ ਸਕਦੇ ਹਾਂ। ਇੱਕ ਕੌਮੀਅਤ ਰੂਪ ਵਿੱਚ, ਕੌਮੀਅਤ ਤੌਰ ਤੇ ਇੱਕ ਅਸੀਂ ਕਮਿਊਨਿਟੀ ਦੇ ਤੌਰ ਤੇ ਉਹਨੂੰ ਮਾਨਤਾ ਦਿੰਦੇ ਹਾਂ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਇੱਕੋ ਹੁਕਮ ਵਿੱਚ ਲਿਆਉਂਦੀ ਹੈ, ਸਾਨੂੰ ਇੱਕ ਤਰਤੀਬ 'ਚ ਲਿਆਉਂਦੀ ਹੈ। ਕਹਿ ਸਕਦੇ ਹਾਂ ਤਾਂ ਬਿਲਕੁਲ ਠੀਕ। ਪਰ ਵੀਰ ਜੀ ਇਹਦੇ ਵਿੱਚ ਇਹ ਵੀ ਹੋ ਸਕਦਾ ਨਾ ਕਿ ਰਹਿਤ ਮਰਿਆਦਾ ਤੁਹਾਡਾ ਡਿਸਪਲਿਨਰੀ ਕਨਸਟੀਟਿਊਸ਼ਨ ਹੋ ਸਕਦਾ, ਪਰ ਗੁਰੂ ਦਾ ਹੁਕਮ ਰਹਿਤ ਮਰਿਆਦਾ ਤਾਂ ਨਹੀਂ ਹੈ। ਹਾਂ ਨਹੀਂ ਹੈ ਬਿਲਕੁਲ। ਜਿਹੜੀ ਰਹਿਤ ਮਰਿਆਦਾ ਦੀ ਗੱਲ ਜਦੋਂ ਤੁਸੀਂ ਉਹ ਖਰੜੇ ਦੀ ਕਰਦੇ ਆ, ਜਿਹੜਾ ਸਾਡੀ ਅਸੀਂ ਕੋਡ ਆਫ ਕੰਡਕਟ ਵੀ ਕਹਿੰਦੇ ਆ, ਤਾਂ ਉਹ ਗੁਰੂ ਦਾ ਹੁਕਮ ਨਹੀਂ ਹੈ, ਪਰ ਸਿੱਖਾਂ ਵਾਸਤੇ ਇੱਕ ਸਾਡੇ ਬਜ਼ੁਰਗਾਂ ਦੀ ਤਿਆਰ ਕੀਤੀ ਜਿਹੜੀ ਆ ਕੋਡ ਆਫ ਕੰਡਕਟ। ਸੋ ਕਹਿ ਸਕਦੇ ਰਹਿਤ ਮਰਿਆਦਾ ਇੱਕ ਕੌਮੀ ਤੌਰ ਤੇ ਡਿਸਪਲਿਨਰੀ ਕੋਡ ਆਫ ਕੰਡਕਟ ਕਹਿ ਸਕਦੇ ਹਾਂ। ਬਿਲਕੁਲ ਕਹਿ ਸਕਦੇ ਜੀ। ਸੋ ਆਓ ਜੀ ਅਗਲੀ ਪੌੜੀ ਵੱਲ ਵਧੀਏ ਜੀ। ਆਪਾਂ ਇੱਕ ਵਾਰੀ ਉਹ ਕਹਿੰਦੇ ਜੀ ਇੱਕ ਵਾਰੀ ਇਹ ਅਰਥ ਦੁਬਾਰਾ ਕਰ ਦੇਣਾ ਜੀ, ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ, ਤੇ ਉਹਦੇ ਅਰਥ ਜ਼ਰੂਰ ਕਰ ਦੇਣਾ ਜੀ, ਉਦੋਂ ਆਡੀਓ ਇਸ਼ੂ ਹੋ ਗਿਆ। ਓਕੇ। ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਜਿਹੜੇ ਹੁਕਮ ਨੂੰ ਬੁੱਝ ਲੈਂਦੇ ਆ ਉਦੋਂ ਮੈਂ ਮੇਰੀ ਹਉਮੈ ਵਾਲੀ ਬਿਮਾਰੀ ਖਤਮ ਹੋ ਜਾਂਦੀ ਹੈ। ਠੀਕ ਹੈ ਜੀ। ਜਦੋਂ ਅਸੀਂ ਹੁਕਮ ਨੂੰ ਬੁੱਝ ਲੈਂਦੇ ਆ ਤਾਂ ਮੈਂ ਵਾਲੀ ਗੱਲ ਜਿਹੜੀ ਆ, ਮੇਰੀ ਵਾਲੀ ਗੱਲ ਜਿਹੜੀ ਆ, ਉਹ ਲਗਭਗ ਖਤਮ ਹੋ ਜਾਂਦੀ ਹੈ। ਤੇ ਸਮਾਜ ਦੀ ਮੁਸ਼ਕਲ ਇਹ ਹੈ ਵੀ ਇੱਥੇ ਮੇਰੀ ਖਤਮ ਨਹੀਂ ਹੋ ਰਹੀ। ਠੀਕ ਆ। ਮੇਰੀ ਗੱਲ ਜਿਵੇਂ ਪਹਿਲਾਂ ਇੱਥੇ ਵਿਚਾਰ ਵਿੱਚ ਵੀ ਗੱਲ ਆਈ ਸੀ, ਡਿਸਕਸ਼ਨ ਵਿੱਚ ਵੀ ਆਈ ਸੀ ਵੀ ਫੈਸਲਾ ਕਿਵੇਂ ਹੋਵੇ। ਹੁਕਮ ਨੂੰ ਬੁੱਝਣ ਵਾਲਾ ਫੈਸਲਾ ਕਰ ਲੈਂਦਾ ਆ ਵੀ ਮੇਰੀ ਇਹ ਗੱਲ ਗੁਰੂ ਸਾਹਿਬ ਵਾਲੀ ਜਿਹੜੀ ਬਾਣੀ ਦੇ ਰਾਹੀਂ ਦੱਸੀ ਜਾ ਰਹੀ ਹੈ, ਜੋ ਗੁਰਬਾਣੀ ਕਸਮਟੀ ਸਮਝਾਈ ਜਾ ਰਹੀ ਹੈ, ਇਹ ਠੀਕ ਹੈ, ਮੇਰੇ ਵਾਲੀ ਮੈਨੂੰ ਛੱਡਣ ਦੀ ਲੋੜ ਹੈ। ਠੀਕ ਹੈ ਜੀ। ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੇ। ਹੈ ਨਾਨਕ ਜੇ ਹੁਕਮ ਨੂੰ ਬੁੱਝ ਲਵੇ ਤੇ ਹਉਮੈ ਵਾਲੀ ਗੱਲ, ਮੈਂ ਵਾਲੀ ਗੱਲ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਠੀਕ ਹੈ ਜੀ। ਠੀਕ ਹੈ ਵੀ ਜੀ।
ਹੁਕਮ ਤੇ ਰਜ਼ਾ ਵਿੱਚ ਫਰਕ ਕੀ ਹੈ ਜੀ? ਇੱਕ ਸਵਾਲ ਹੈ, ਹੁਕਮ ਤੇ ਰਜ਼ਾ ਵਿੱਚ ਫਰਕ। ਕੋਈ ਫਰਕ ਨਹੀਂ ਹੈ ਸ਼ਬਦ ਕੋਈ ਫਰਕ ਨਹੀਂ ਹੈ। ਹੁਕਮ ਰਜ਼ਾਈ ਚੱਲਣਾ ਸੇਮ ਸ਼ਬਦ ਆਇਆ ਹੋਇਆ ਬਾਈ ਬੋਡੀ ਸਾਨੂੰ ਪੜ੍ਹ ਕੇ ਠੀਕ ਹੈ ਜੀ। ਅੱਗੇ ਜਾ ਕੇ ਬਹੁਤ ਸਾਰੇ ਸ਼ਬਦ ਇਦਾਂ ਦੇ ਵੀ ਆਉਣਗੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਸ਼ਰਨ ਲੈਣਾ ਵੀ ਹੁਕਮ ਪੈਣਾ ਹੀ। ਠੀਕ ਹੈ ਜੀ। ਜਾ ਕੇ ਅੱਗੇ ਇਦਾਂ ਵੀ ਸ਼ਬਦ ਆਉਣਗੇ, ਅੱਗੇ ਜਾ ਕੇ ਇਦਾਂ ਵੀ ਸ਼ਬਦ ਆਊਗਾ, ਹਰ ਕੇ ਨਾਮ ਬਿਨਾ ਦੁੱਖ ਪਾਵੇਂ। ਨਾਮ ਤੋਂ ਬਿਨਾ ਦੁੱਖ ਪਾਉਂਦੇ ਆ। ਨਾਮ ਦਾ ਅਰਥ ਵੀ ਹੁਕਮ ਹੀ ਹੈ, ਹੁਕਮ ਦਾ ਅਰਥ ਵੀ ਨਾਮ ਹੀ ਹੈ। ਸ਼ਬਦ ਅਲੱਗ-ਅਲੱਗ ਹੋਣਗੇ ਪਰ ਇਹਨਾਂ ਸਾਰਿਆਂ ਦੇ ਅਰਥ ਸੇਮ ਨੇ। ਠੀਕ ਹੈ ਵੀਰ ਜੀ, ਆਪਾਂ ਅਗਲੀ ਪੌੜੀ ਤੇ ਵਧਦੇ ਹਾਂ ਵੀਰ ਜੀ। ਜੇ ਤੁਹਾਡੀ ਸਾਰਿਆਂ ਦੀ ਆਗਿਆ ਹੋਵੇ ਤੇ ਆਪਾਂ ਅਗਲੀ ਪੌੜੀ ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ। ਮੈਨੂੰ ਵੀ ਲੱਗ ਰਿਹਾ ਕਿ ਟਰੈਵਲ ਕਰਕੇ ਆਡੀਓ ਇਸ਼ੂਜ਼ ਜਿਹੜੇ ਆ ਰਹੇ ਆ ਉਹ ਆਪਾਂ ਮੁਸ਼ਕਲ ਵੀ ਰਹੂਗੀ। ਬਸ 15 ਕੁ ਮਿੰਟ ਛੋਟੀ ਕਰ ਸਕਦੇ ਹਾਂ ਤੇ ਅਗਲੀ ਕਲਾਸ ਦੇ ਵਿੱਚ ਆਪਾਂ ਅਗਲੀ ਪੌੜੀ ਅਗਲੀ ਕਲਾਸ ਤੋਂ ਸ਼ੁਰੂ ਕਰ ਸਕਦੇ ਹਾਂ। ਇੱਕ ਹੋਰ ਚੀਜ਼ ਕਿ ਬਹੁਤ ਸਾਰਿਆਂ ਦੇ ਨਾ ਸਵਾਲ ਜਿਹੜੇ ਆ ਵੀਰ ਜੀ ਇਸ ਪੌੜੀ ਨੂੰ ਲੈ ਕੇ ਹੋਰ ਹੋਣਗੇ। ਮੈਨੂੰ ਲੱਗਦਾ ਹੈ ਕਿ ਅੱਜ ਬਹੁਤ ਲੋਕ ਜਿਹੜੇ ਜੁਆਇਨ ਵੀ ਨਹੀਂ ਕਰ ਪਾਏ, ਤਾਂ ਆਪਾਂ ਛੋਟੀ ਜੀ ਤਰੀਕੇ ਨਾਲ 15-20 ਮਿੰਟ ਲਾ ਕੇ ਅਗਲੀ ਵਾਰੀ ਇਹਨੂੰ ਫਿਰ ਵਿਚਾਰਾਂਗੇ ਤੇ ਮੈਨੂੰ ਲੱਗਦਾ ਸਾਰਿਆਂ ਦੇ ਉਹਦੇ ਵਿੱਚ ਆਪਾਂ ਗੱਲਬਾਤ ਵੀ ਲਵਾਂਗੇ। ਹੁਕਮ ਦੀ ਪੌੜੀ ਨੂੰ ਇੱਕ ਵਾਰੀ ਫਿਰ ਆਪਾਂ ਵਿਚਾਰੀਏ। ਬਿਲਕੁਲ ਆਪਾਂ ਜਦੋਂ ਆਪਣਾ ਅਸਲ 'ਚ ਮਕਸਦ ਵੀ ਇਹੀ ਹੈ ਵੀ ਜਦੋਂ ਇੱਕ ਗੱਲ ਸਮਝ ਲੱਗੂਗੀ ਫਿਰ ਹੀ ਉਹ ਤੋਂ ਅੱਗੇ ਚੱਲਾਂਗੇ ਆਪਾਂ ਤੇ ਆਪਾਂ ਲੜੀ 'ਚ ਜੁੜ ਸਕਾਂਗੇ ਜੀ। ਠੀਕ ਹੈ ਵੀਰ ਜੀ। ਠੀਕ ਹੈ ਜੀ। ਤੇ ਮੈਨੂੰ ਲੱਗਦਾ ਜੇ ਹੋਰ ਕਿਸੇ ਦੇ ਕੋਈ ਸਵਾਲ ਹੈ ਜੀ ਤਾਂ ਉਹ ਇੱਕ ਵਾਰੀ ਸਵਾਲ ਕਰ ਸਕਦੇ ਹੋ ਜੇ ਕਿਸੇ ਨੇ ਕਰਨਾ। ਜੇ ਕੋਈ ਹੋਰ ਕਿਸੇ ਦੇ ਸਵਾਲ ਹੈਗੇ ਹੈ ਤਾਂ ਉਹ ਸਵਾਲ ਕਰ ਲਏ ਜਾਣ ਜੀ। ਤੇ ਆਪਾਂ ਨੂੰ ਜੀ ਟੈਕਨੀਕਲ ਇਸ਼ੂ ਦਾ ਵੀ ਜਿਹੜਾ ਉਹ ਸੋਲੂਸ਼ਨ ਲੱਭ ਗਿਆ। ਅੱਜ ਲਾਈਵ ਕੀਤਾ ਸੀਗਾ, ਇੱਕ ਵਾਰੀ ਤਾਂ ਚੱਲਿਆ ਪਰ ਉਹ ਵਿੱਚ ਰੁਕ ਗਿਆ, ਪਰ ਆਪਾਂ ਨੂੰ ਸੋਲੂਸ਼ਨ ਲੱਭ ਗਿਆ ਕਿ ਜਿਹੜਾ ਹੈ ਅਸੀਂ ਗੂਗਲ ਮੀਟ ਦਾ ਉਹ ਬਾਏ ਕੀਤੀ ਹੈ ਸਬਸਕ੍ਰਿਪਸ਼ਨ। ਇਹਦੀ ਰਿਕਾਰਡਿੰਗ ਆਪੇ ਹੀ ਡਰਾਈਵ 'ਚ ਸੇਵ ਹੋ ਜਾਂਦੀ ਹੈ, ਤਾਂ ਉਹ ਅਸੀਂ ਤੁਹਾਨੂੰ ਜਿਹੜਾ ਲਿੰਕ ਭੇਜ ਸਕਦੇ ਹਾਂ। ਤਾਂ ਉਹ ਸਾਰੀਆਂ ਕਲਾਸਾਂ ਗੂਗਲ ਡਰਾਈਵ ਦੇ ਵਿੱਚ ਪਰਮਾਨੈਂਟ ਹੀ ਰਹਿਣਗੀਆਂ। ਮੈਨੂੰ ਜੁਝਾਰਵੀਰ ਜੀ ਨੇ ਸਟਾਰਟਿੰਗ 'ਚ ਦੱਸਿਆ ਸੀ। ਮੈਂ ਇਹੀ ਕਹਿਣਾ ਚਾਹ ਰਿਹਾ ਸੀ ਕਿ ਉਹ ਗੂਗਲ ਡਰਾਈਵ ਵਿੱਚ ਹੀ ਸੇਵ ਹੋ ਜਾਂਦੀ ਹੈ, ਆਪੇ ਤੁਹਾਨੂੰ ਅਪਲੋਡ ਨਹੀਂ ਕਰਨੀ ਪੈਂਦੀ। ਜੀ ਮੈਨੂੰ ਥੋੜੇ ਮੈਂ ਇਸ ਮਾਮਲੇ 'ਚ ਅਨਪੜ੍ਹਤਾ ਸੀਗੀ ਜੀ ਮੇਰੀ, ਪਰ ਹੁਣ ਮੈਨੂੰ ਸਮਝ ਆ ਗਿਆ। ਨਹੀਂ ਅਨਪੜ੍ਹਤਾ ਨਹੀਂ, ਜਸਟ ਨਿਊ ਫॉर ਯੂ। ਨਹੀਂ, ਬਹੁਤ ਅੱਛੀ ਗੱਲ ਹੈ ਜੀ। ਟੈਕਨੀਕਲ ਲਿਟਰੇਸੀ ਬੜੀ ਜ਼ਰੂਰੀ ਹੈ ਤੇ ਹੁਣ ਆਪਾਂ ਨੂੰ ਇਹਦੀ ਸਮਝ ਆ ਗਈ ਹੈ। ਅੱਜ ਦੀ ਕਲਾਸ ਅੱਧੀ ਕੁ ਰਿਕਾਰਡ ਹੋਈ ਹੈ, ਉਹ ਅਸੀਂ ਗੂਗਲ ਡਰਾਈਵ ਤੇ ਆਪੇ ਚਲੀ ਜਾਏਗੀ। ਅੱਧੀ ਕੁ ਫੇਸਬੁੱਕ ਤੇ ਹੈ, ਤਾਂ ਅੱਧੀ ਕਰਕੇ ਅੱਜ ਦੀ ਹੋਈ ਹੈ। ਅਗਲੀ ਕਲਾਸ ਤੋਂ ਪੂਰੀਆਂ ਜਿਹੜੀਆਂ ਉਹ ਪ੍ਰੋਪਰਲੀ ਗੂਗਲ ਡਰਾਈਵ ਤੇ ਚਲੀਆਂ ਜਾਣਗੀਆਂ ਤੇ ਕਲਾਸ ਵਾਈਜ਼ ਉਹਦੇ ਵਿੱਚ ਰਹਿਣਗੀਆਂ। ਭੈਣ ਰਸ਼ਮੀਤ ਕੌਰ ਕੋਲ ਪੂਰੀ ਹੈਗੀ ਹੈ ਜੇ ਕਹਿਣ ਲੈਣੀ ਹੋਵੇ ਤਾਂ। ਰਸ਼ਮੀਤ ਕੌਰ ਕੋਲ ਭੈਣ ਕੋਲ ਆਡੀਓ ਰਿਕਾਰਡਿੰਗ ਹੁੰਦੀ ਹੈ ਮੇਰੇ ਖਿਆਲ ਨਾਲ, ਹੈ ਨਾ ਜੀ? ਤਾਂ ਆਡੀਓ ਰਿਕਾਰਡਿੰਗ ਆਪਾਂ ਪਾ ਦਾਂਗੇ ਜੀ ਆਪਾਂ, ਤਾਂ ਕਿ ਇਸ ਕਲਾਸ ਦੀ ਆਡੀਓ ਰਿਕਾਰਡਿੰਗ ਵੀ ਰਹੇ। ਤੇ ਵੀਰ ਜੀ ਅਗਲੀ ਕਲਾਸ ਤੋਂ ਆਪਾਂ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਜੇ ਤੁਹਾਡਾ ਕੋਈ ਟੂਰ ਹੋਇਆ ਕਰੇਗਾ ਜਾਂ ਤੁਸੀਂ ਕਿਤੇ ਜਾਣਾ ਹੋਇਆ ਕਰੇਗਾ ਤਾਂ ਸਾਨੂੰ ਦੱਸ ਦਿਆ ਕਰਿਓ। ਆਪਾਂ ਟਰੈਵਲ ਦੀ ਬਜਾਏ ਇੱਕ ਥੋੜਾ ਟਾਈਮ ਅੱਗੇ ਪਿੱਛੇ ਜਾਂ ਦਿਨ ਸੇਮ ਟਾਈਮ ਰੱਖ ਕੇ ਦਿਨ ਜੇ ਕੋਈ ਕਿਸੇ ਵੇਲੇ ਰੇਅਰੈਸਟ ਆਫ ਰੇਅਰ ਕਰਨਾ ਪੈ ਜੇ। ਵੈਸੇ ਤਾਂ ਕੋਸ਼ਿਸ਼ ਕਰੋ ਕਿ ਵੀਰਵਾਰ ਸਾਡੇ ਲਈ ਪੱਕਾ ਹੀ ਰੱਖ ਲਓ ਤੁਸੀਂ। ਨਹੀਂ ਕਰਾਂਗੇ ਆਪਾਂ, ਮਾਫੀ ਚਾਹਣਾ ਮੈਂ ਅੱਜ ਲਈ। ਜੀ। ਤੇ ਹੋਰ ਕਿਸੇ ਦਾ ਕੋਈ ਸਵਾਲ ਹੈਗਾ ਜੀ? ਜੇ ਕੋਈ ਸਵਾਲ ਕਰਨਾ ਚਾਹੁੰਦਾ ਹੈ ਫਿਰ, ਨਹੀਂ ਤਾਂ ਆਪਾਂ ਵੀਰ ਜੀ ਨੂੰ ਇਜਾਜ਼ਤ ਦਈਏ। ਇਹਨਾਂ ਨੇ ਪਹੁੰਚਣਾ ਹੈ ਹੁਣੇ ਗੁਰਦੁਆਰਾ ਸਾਹਿਬ ਆਪਣੇ ਵਿਚਾਰ ਦੇ ਲਈ। ਕੋਈ ਹੈਗਾ ਜੀ ਕਿਸੇ ਦਾ ਸਵਾਲ? ਆਪਾਂ ਇੱਕ ਵਾਰੀ ਇਹਨੂੰ ਫਿਰ ਸ਼ਾਰਟ ਦੇ ਵਿੱਚ ਰਿਵਾਈਜ਼ ਕਰਾਂਗੇ। ਤ੍ਰਿਸ਼ਮੀਤ ਕੌਰ ਜੀ। ਵੀਰ ਜੀ ਜਿੱਦਾਂ ਆਪਾਂ ਕਿਹਾ ਕਿ ਜੋ ਮੇਨ ਕਨਸੈਪਟ ਹੈ ਉਹ ਹੈ ਹੁਕਮ ਨੂੰ ਸਮਝਣਾ, ਤੇ ਸਿਲੇਬਸ ਸਾਡੇ ਕੋਲ ਹੈਗਾ, ਅਸੀਂ ਉਹਨੂੰ ਪੜ੍ਹ ਕੇ ਸਮਝ ਰਹੇ ਹਾਂ ਜਾਂ ਨਹੀਂ ਸਮਝ ਰਹੇ, ਦੋ ਹੀ ਚੋਇਸਿਸ ਨੇ ਲਾਈਫ 'ਚ। ਤੇ ਕੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਚੋਇਸ ਕਿਹੜੀ ਪਿਕ ਕਰ ਰਹੇ ਹਾਂ ਉਹ ਵੀ ਹੁਕਮ ਹੀ ਹੈ? ਲਾਈਕ ਨਹੀਂ ਇਦਾਂ ਓਕੇ, ਇਦਾਂ ਨਹੀਂ ਅਸੀਂ ਆਪਣੀ ਏਦਾਂ ਤਾਂ ਫਿਰ ਅਸੀਂ ਆਪਣੇ ਜਿਹੜੇ ਸਾਡੇ ਆਪਣੇ ਵਿਕਾਰ ਹੈ ਉਹਨਾਂ ਦੇ ਨਾਲ ਕੋਈ ਚੋਇਸ ਕਰ ਲਈਏ ਤੇ ਕਹੀਏ ਜੀ ਹੁਕਮ ਹੈ। ਉਹਦਾ ਇਹ ਤਾਂ ਬਹੁਤ ਕਹਾਣੀ ਉਲਟੀ ਹੋ ਗਈ ਨਾ ਫਿਰ। ਇਹੀ ਹੈ ਵੀ ਤੁਹਾਡੇ ਕੋਲ ਇਹ ਚੋਇਸ ਨਹੀਂ ਹੈਗੀ, ਤੁਹਾਡੇ ਕੋਲ ਚੋਇਸ ਹੈ ਵੀ ਹੁਕਮ 'ਚ ਰਹਿਣਾ ਵਾ, ਉਹਦੀ ਪ੍ਰੈਕਟਿਸ ਕਰਨੀ ਹੈ। ਠੀਕ ਹੈ ਵੀਰ ਜੀ। ਠੀਕ ਹੈ ਜੀ। ਆਪਾਂ ਵੀਰ ਜੀ ਅਗਲੀ ਕਲਾਸ ਦੇ ਵਿੱਚ ਹੁਣ ਜਿਹੜੀ ਹੈ ਉਹ ਬਾਕੀ ਡਿਸਕਸ਼ਨ ਕਰੀਏ। ਤੇ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਆਪਾਂ ਅਗਲੀ ਕਲਾਸ ਦੇ ਵਿੱਚ ਟਾਈਮ ਤੇ ਫਿਰ ਜੁੜੀਏ। ਅੱਜ ਦੇ ਲਈ ਥੋੜੀ ਜੀ ਵੀਰਵਾਰ ਹੀ ਲਾਵਾਂਗੇ ਤੇ ਉਸੇ ਟਾਈਮ ਹੀ ਲਾਵਾਂਗੇ, 8 ਵਜੇ ਲਾਵਾਂਗੇ ਜੀ ਅਗਲੀ ਕਲਾਸ, ਤੇ ਤਾਂ ਕਿ ਸਾਰੇ ਜੁਆਇਨ ਵੀ ਕਰ ਸਕਣ। ਤੇ ਅਗਲੀਆਂ ਕਲਾਸਾਂ ਤੋਂ ਅਸੀਂ ਇਹਨੂੰ ਆਨਲਾਈਨ ਵੀ ਜਿਹੜੀ ਆ ਨਾਲ ਦੇ ਨਾਲ ਰੱਖਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਵੀਰ ਜੀ ਤੁਹਾਡਾ, ਤੁਸੀਂ ਕਾਰ 'ਚ ਵੀ ਟਾਈਮ ਦਿੱਤਾ ਜੀ। ਤੁਹਾਡਾ ਧੰਨਵਾਦ ਸਾਰਿਆਂ ਦਾ। ਤੇ ਮਾਫੀ ਫਿਰ ਬਚਾਉਣਾ ਇੱਕ ਵਾਰ, ਕਿਉਂਕਿ ਮੈਨੂੰ ਸਫ਼ਰ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਪਈ ਤਾਂ ਹੋ ਸਕਦਾ ਜੇ ਕੋਈ ਮੁਸ਼ਕਲ ਆਈ ਹੋਵੇ ਤਾਂ ਉਹਦੇ ਲਈ ਧੰਨਵਾਦ ਵੀਰ ਜੀ।
ਮਿਲਦੇ ਆ। ਧੰਨਵਾਦ ਸਭ ਨਾਲ ਜੀ। ਵਾਹਿਗੁਰੂ ਜੀ ਕਾ ਫਤਿਹ ਖਾਲਸਾ, ਭਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ।